ਮੈਂ ਸੁਖਵਿੰਦਰ ਸਿੰਘ ਫਿਟਰ ਇੰਸਟ੍ਰਕਟਰ ਗੌਰਮੈਂਟ ਆਈਟੀ ਬਰਨਾਲਾ ਅੱਜ ਤੁਹਾਡੇ ਲਈ ਇੰਜੀਨੀਅਰਿੰਗ ਡਰਾਇੰਗ ਦੇ ਉੱਪਰ ਇੱਕ ਵੀਡੀਓ ਲੈ ਕੇ ਆਏ ਹਾਂ। ਇਸ ਵੀਡੀਓ ਵਿੱਚ ਆਪਾਂ ਸਟਾਰਟਿੰਗ ਤੋਂ ਕਵਰ ਕਰਾਂਗੇ। ਜਿਵੇਂ ਕਿ ਡਰਾਇੰਗ ਕਾਫੀ ਲੰਮੀ ਆ, ਇਸ ਲਈ ਆਪਾਂ ਇਹਨੂੰ 3 ਜਾਂ 4 ਪਾਰਟ ਜਿੰਨੇ ਵਿੱਚ ਵੀਡੀਓ ਬਣੀਆਂ ਪਈਆਂ ਉਹਨੇ ਵੀਡੀਓ ਵਿੱਚ ਆਪਾਂ ਸਾਰੀ ਡਰਾਇੰਗ ਦਾ ਜਿਹੜਾ ਸਿਲੇਬਸ ਆ ਉਹ ਕਵਰ ਕਰਾਂਗੇ। ਤਾਂ ਅੱਜ ਆਪਾਂ ਇੰਜੀਨੀਅਰਿੰਗ ਡਰਾਇੰਗ ਪਾਰਟ 1 ਦੇ ਵਿੱਚ ਜੋ ਬੇਸਿਕਸ ਨੇ, ਸਟਾਰਟਿੰਗ ਵਾਲੇ ਚੈਪਟਰ ਨੇ, ਉਹ ਕਵਰ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਵੀ ਡਰਾਇੰਗ ਹੁੰਦੀ ਕੀ ਆ। ਡਰਾਇੰਗ ਇੱਕ ਕਲਾ ਹੈ ਜਿਸ ਦੁਆਰਾ ਕਿਸੇ ਵੀ ਵਸਤੂ ਜਾਂ ਆਬਜੈਕਟ ਨੂੰ ਅਸੀਂ ਡਰਾਇੰਗ ਸ਼ੀਟ ਜਾਂ ਪੇਪਰ ਉੱਤੇ ਤਰਤੀਬਵਾਰ ਲਾਈਨਾਂ ਅਤੇ ਚਿੰਨ੍ਹਾਂ ਦੀ ਸਹਾਇਤਾ ਨਾਲ ਦਰਸਾਉਂਦੇ ਹਾਂ। ਮਤਲਬ ਕਿਸੇ ਵੀ ਚੀਜ਼ ਨੂੰ ਜੋ ਆਪਣੇ ਦਿਮਾਗ 'ਚ ਆ ਜਾਂ ਆਪਣੇ ਸਾਹਮਣੇ ਆ, ਠੀਕ ਆ, ਉਹਨੂੰ ਲਾਈਨਾਂ ਜਾਂ ਚਿੱਤਰਾਂ ਦੀ ਸਹਾਇਤਾ ਨਾਲ ਸ਼ੀਟ ਦੇ ਉੱਪਰ ਦਰਸਾਉਣਾ ਜਾਂ ਬਣਾਉਣਾ ਡਰਾਇੰਗ ਕਹਾਉਂਦੀ ਆ। ਡਰਾਇੰਗ 2 ਤਰ੍ਹਾਂ ਦੀ ਹੁੰਦੀ ਆ, ਕਲਾਤਮਿਕ ਡਰਾਇੰਗ, ਆਰਟਿਸਟਿਕ ਡਰਾਇੰਗ ਤੇ ਇੰਜੀਨੀਅਰਿੰਗ ਡਰਾਇੰਗ। ਹੁਣ ਆਰਟਿਸਟਿਕ ਡਰਾਇੰਗ ਆ ਜਿਹੜੀ ਉਹ ਕੀ ਹੁੰਦੀ ਆ? ਇਸ ਤਰ੍ਹਾਂ ਦੀ ਡਰਾਇੰਗ ਕਿਸੇ ਆਰਟਿਸਟ ਦੁਆਰਾ ਕੀਤੀ ਜਾਂਦੀ ਹੈ। ਆਰਟਿਸਟ ਕਿਸੇ ਵੀ ਵਸਤੂ ਦੀ ਕਲਾਤਮਿਕ ਡਰਾਇੰਗ ਬਣਾਉਂਦੇ ਵੇਲੇ ਆਪਣੇ ਮਨ ਦੇ ਅੰਦਰ ਉਸ ਦੀ ਤਸਵੀਰ ਸੋਚਦਾ ਹੈ ਅਤੇ ਪੇਂਟ, ਬਰਸ਼, ਪੈਨਸਲ ਦੀ ਸਹਾਇਤਾ ਨਾਲ ਉਸ ਨੂੰ ਸ਼ੀਟ ਉੱਪਰ ਦਰਸਾਉਂਦਾ ਹੈ। ਜਿਵੇਂ ਆਪਣੇ ਸਾਰੇ ਪੇਂਟਰ ਹੁੰਦੇ ਨੇ ਜਾਂ ਆਰਟਿਸਟ ਹੁੰਦੇ ਨੇ ਜਿਹੜੇ ਪੇਂਟਿੰਗਾਂ ਬਣਾਉਂਦੇ ਨੇ, ਇਹ ਉਹ ਟਾਈਪ ਦੀ ਡਰਾਇੰਗ ਹੁੰਦੀ ਆ। ਉਹਦੇ ਕੋਲ ਕੋਈ ਆਈਡੀਆ ਨਹੀਂ ਹੁੰਦਾ, ਜਸਟ ਉਹ ਦਿਮਾਗ ਦੇ ਵਿੱਚ ਸੋਚਦਾ ਵੀ ਮੈਂ ਇਸ ਤਰ੍ਹਾਂ ਦੀ ਪੇਂਟਿੰਗ ਬਣਾਉਣੀ ਆ, ਤੇ ਉਹ ਦਿਮਾਗ 'ਚੋਂ ਆਪਣੀ ਪੇਂਟਿੰਗ ਆ ਜਿਹੜੀ ਉਹ ਬਰਸ਼, ਪੈਨਸਲ ਦੀ ਸਹਾਇਤਾ ਨਾਲ ਬਣਾਉਂਦਾ। ਉਸ ਨੂੰ ਕਹਿੰਦੇ ਨੇ ਆਰਟਿਸਟਿਕ ਡਰਾਇੰਗ, ਜੋ ਇੱਕ ਆਰਟਿਸਟ ਦੁਆਰਾ, ਜਿਵੇਂ ਪੇਂਟਰ ਹੋ ਗਿਆ ਜਾਂ ਕੋਈ ਆਰਟਿਸਟ ਹੋ ਗਿਆ, ਉਹਨਾਂ ਦੁਆਰਾ ਬਣਾਈ ਜਾਂਦੀ ਹੈ। ਠੀਕ ਹੈ। ਅਜਿਹੀ ਡਰਾਇੰਗ ਬਣਾਉਣ ਵੇਲੇ ਆਰਟਿਸਟ ਜ਼ਰੂਰਤ ਦੇ ਹਿਸਾਬ ਨਾਲ ਆਬਜੈਕਟ ਦੇ ਸਾਈਜ਼ ਬਣਾਉਂਦਾ ਹੈ। ਉਹ ਆਪਣੇ ਹਿਸਾਬ ਨਾਲ ਆਬਜੈਕਟ ਦੇ ਸਾਈਜ਼ ਬਣਾਉਂਦਾ, ਕੋਈ ਡਾਇਮੈਂਸ਼ਨ ਨਹੀਂ ਹੁੰਦੀ ਹੈਗੀ। ਉਦਾਹਰਨ ਵਜੋਂ ਜਿਵੇਂ ਕੋਈ ਕਿਸੇ ਫਿਲਮ ਦਾ ਪੋਸਟਰ ਬਣਾਉਂਦੇ ਸਮੇਂ ਉਸ ਜਿਹੜੇ ਮੁੱਖ ਕਿਰਾਏਦਾਰ ਹੁੰਦੇ ਨੇ, ਜਿਹੜੇ ਮੇਨ ਹੀਰੋ ਨੇ ਫਿਲਮ ਦੇ, ਉਹਨਾਂ ਸਾਈਜ਼ ਵੱਡਾ ਰੱਖਿਆ ਜਾਂਦਾ ਤੇ ਬਾਕੀ ਜਿਹੜੇ ਹੁੰਦੇ ਨੇ ਉਹ ਸਾਈਜ਼ ਛੋਟੇ ਰੱਖੇ ਜਾਂਦੇ ਨੇ। ਕਲਾਤਮਿਕ ਡਰਾਇੰਗ ਵਿੱਚ ਬਣੀਆਂ ਡਰਾਇੰਗਾਂ ਆਮ ਤੌਰ ਤੇ ਵਿਵਹਾਸਿਕ ਉਦੇਸ਼ਾਂ ਲਈ ਬਣਾਈਆਂ ਜਾਂਦੀਆਂ ਹਨ। ਠੀਕ ਹੈ। ਪੇਂਟਿੰਗਾਂ ਹੁੰਦੀਆਂ ਨੇ ਜਿਸ ਤਰ੍ਹਾਂ ਕਿਸ ਚੀਜ਼ ਦੀਆਂ, ਉਹ ਸਾਰੀਆਂ ਆਰਟਿਸਟ ਡਰਾਇੰਗ ਦੇ ਵਿੱਚ ਆਉਂਦੀਆਂ ਨੇ। ਹੁਣ ਗੱਲ ਆ ਜਾਂਦੀ ਹੈ ਇੰਜੀਨੀਅਰਿੰਗ ਡਰਾਇੰਗ ਦੀ, ਜਿਹੜੀ ਆਪਾਂ ਕਰਨੀ ਹੈ। ਇੰਜੀਨੀਅਰਿੰਗ ਡਰਾਇੰਗ ਕੀ ਹੁੰਦੀ ਹੈ? ਜਦੋਂ ਸਮਾਜ ਦਾ ਵਿਕਾਸ ਹੁੰਦਾ ਹੈ ਤਾਂ ਪੁਲ, ਸੜਕਾਂ, ਰੇਲਵੇ ਲਾਈਨਾਂ, ਸੁਰੰਗਾਂ, ਇਮਾਰਤਾਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ਅਤੇ ਉਹਨਾਂ ਦੇ ਕੁੱਲ ਪੁਰਜ਼ਿਆਂ ਦਾ ਉਤਪਾਦਨ ਵੀ ਕੀਤਾ ਜਾਂਦਾ ਹੈ। ਅਜਿਹੇ ਸਾਰੇ ਆਬਜੈਕਟ ਜਦੋਂ ਵਿਸ਼ੇਸ਼ ਚਿੰਨ੍ਹਾਂ ਅਤੇ ਲਾਈਨਾਂ ਦੁਆਰਾ ਬਣਾਏ ਜਾਂਦੇ ਹਨ ਤਾਂ ਉਹ ਇੰਜੀਨੀਅਰਿੰਗ ਡਰਾਇੰਗ ਵਿੱਚ ਆਉਂਦੇ ਹਨ। ਹੋਰ ਗੱਲ ਮੈਂ ਤੁਹਾਨੂੰ ਇੱਥੇ ਦੱਸਦਾ, ਜਿਹੜੀ ਇੰਜੀਨੀਅਰਿੰਗ ਡਰਾਇੰਗ ਹੁੰਦੀ ਆ, ਇਹ ਇੱਕ ਪ੍ਰੋਪਰ ਸਕੇਲ, ਪ੍ਰੋਪਰ ਡਾਇਮੈਂਸ਼ਨ ਦੇ ਨਾਲ ਬਣਦੀ ਆ। ਜਿਵੇਂ ਆਪਣੀ ਆਰਟਿਸਟ ਡਰਾਇੰਗ ਸੀ, ਉਹ ਬੰਦਾ ਸੋਚਦਾ ਉਸ ਤਰ੍ਹਾਂ ਬਣਾਉਂਦਾ, ਕੋਈ ਉਹਦੀ ਡਾਇਮੈਂਸ਼ਨ ਨਹੀਂ ਹੁੰਦੀ। ਇਸ ਵਿੱਚ ਸਾਰੀਆਂ ਫੁੱਲ ਡਾਇਮੈਂਸ਼ਨਾਂ ਹੁੰਦੀਆਂ ਨੇ ਵੀ ਕਿੰਨੇ mm ਦੀ ਚੜਾਈ ਆ, ਕਿੰਨੇ mm ਦੀ ਉਚਾਈ ਆ। ਠੀਕ ਹੈ। ਸਾਰਾ ਜੋ ਹੁੰਦਾ ਉਹ ਇੱਕ ਸਿਸਟਮੈਟਿਕ ਵੇ ਨਾਲ ਬਣਦਾ ਗਾ, ਜਿਹਦੇ ਵਿੱਚ ਪੂਰੀਆਂ ਡਾਇਮੈਂਸ਼ਨਸ ਲਾਈਨ ਆਉਂਦੀਆਂ ਨੇ। ਠੀਕ ਹੈ। ਪ੍ਰੋਪਰ ਜੋ ਇੰਜੀਨੀਅਰਿੰਗ ਡਰਾਇੰਗ ਦੇ ਰੂਲ ਨੇ ਉਹ ਫੋਲੋ ਕੀਤੇ ਜਾਂਦੇ ਨੇ। ਅਜਿਹੀ ਡਰਾਇੰਗ ਨੂੰ ਪੜ੍ਹਨ ਲਈ ਤਕਨੀਕੀ ਕੁਸ਼ਲ ਵਿਅਕਤੀ ਹੀ ਕਾਬਲ ਹੁੰਦਾ ਹੈ, ਜਿਹੜਾ ਟੈਕਨੀਕਲੀ ਜਿਹਨੂੰ ਚੀਜ਼ਾਂ ਪਤਾ ਗਾ ਵੀ ਆਹ ਐਰੋ ਦਾ ਆਹ ਚਿੰਨ੍ਹ ਦਾ ਆਹ ਕੰਮ ਆ, ਇਹ ਚਿੰਨ੍ਹ ਦਾ ਆਹ ਕੰਮ ਆ, ਇਹ ਚਿੰਨ੍ਹ 'ਤੇ ਕਿਉਂ ਲਾਇਆ ਗਿਆ, ਉਹੀ ਬੰਦਾ ਇਹਨੂੰ ਪੜ੍ਹ ਸਕਦਾ, ਦੂਸਰਾ ਬੰਦਾ ਨਹੀਂ ਪੜ੍ਹ ਸਕਦਾ। ਅਜਿਹੀ ਡਰਾਇੰਗ ਬਣਾਉਣ ਦੇ ਲਈ ਵੱਖ-ਵੱਖ ਪ੍ਰਕਾਰ ਦੇ ਔਜ਼ਾਰਾਂ ਅਤੇ ਉਪਕਰਨਾਂ ਦੀ ਲੋੜ ਪੈਂਦੀ ਹੈ। ਜਦੋਂ ਆਪਾਂ ਇੰਜੀਨੀਅਰਿੰਗ ਡਰਾਇੰਗ ਬਣਾਉਣੇ ਆ, ਉਹਦੇ ਲਈ ਆਪਾਂ ਨੂੰ ਸਕੇਲ, ਡਰਾਫਟਰ, ਕੰਪਾਸ, ਪ੍ਰੋਟੈਕਟਰ, ਇਹ ਚੀਜ਼ਾਂ ਦੀ ਜਿਹੜੀ ਵਰਤੋਂ ਆ ਉਹ ਕਰਨੀ ਪੈਂਦੀ ਆ। ਜਦੋਂ ਕਿ ਪੇਂਟਿੰਗ ਵਗੈਰਾ ਕਰਨ ਲਈ ਆਪਾਂ ਨੂੰ ਉਹ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਇਸੇ ਡਰਾਇੰਗ ਦੇ ਆਧਾਰ 'ਤੇ ਲੱਗੇ ਨਿਰਮਾਣ ਜਾਂ ਉਤਪਾਦਨ ਕੀਤਾ ਜਾਂਦਾ ਹੈ। ਇੰਜੀਨੀਅਰਿੰਗ ਡਰਾਇੰਗ ਬਣਾਉਣ ਲਈ ਖਾਸ ਸਕੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਜੋ ਆਬਜੈਕਟ ਨੂੰ ਸਹੀ ਰੂਪ ਵਿੱਚ ਦਰਸਾਇਆ ਜਾ ਸਕੇ। ਜਿਹੜੀ ਇਹ ਸਕੇਲ ਦੀ ਗੱਲ ਕਰ ਰਹੇ ਨੇ, ਇਹ ਆਪਾਂ ਤੁਹਾਨੂੰ ਅੱਗੇ ਡਿਟੇਲ ਵਿੱਚ ਕਰਾਵਾਂਗੇ ਇਸੇ ਵੀਡੀਓ 'ਚ ਵੀ ਸਕੇਲ ਕੀ ਹੁੰਦੇ ਨੇ। ਠੀਕ ਹੈ। ਇੰਜੀਨੀਅਰਿੰਗ ਡਰਾਇੰਗ ਨੂੰ ਅੱਗੇ ਹੋਰ ਕਈ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਜਿਵੇਂ ਸਿਵਲ ਇੰਜੀਨੀਅਰਿੰਗ ਡਰਾਇੰਗ, ਮਕੈਨੀਕਲ ਇੰਜੀਨੀਅਰਿੰਗ ਡਰਾਇੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਡਰਾਇੰਗ। ਸਿਵਲ ਦੇ ਵਿੱਚ ਜਿਵੇਂ ਤੁਹਾਡੇ ਰੋਡ ਹੋ ਗਏ, ਸੜਕਾਂ ਹੋ ਗਈਆਂ, ਪੁਲ ਹੋ ਗਏ, ਇਹ ਚੀਜ਼ਾਂ ਆਉਂਦੀਆਂ ਨੇ। ਮਕੈਨੀਕਲ ਦੇ ਵਿੱਚ ਜਿਵੇਂ ਲੇਥ ਦੀ ਡਰਾਇੰਗ ਹੋ ਗਈ, ਕਿਸੇ ਟੂਲ ਦੀ ਡਰਾਇੰਗ ਹੋ ਗਈ, ਉਹ ਆਉਂਦੇ ਨੇ। ਇਲੈਕਟ੍ਰੀਕਲ ਦੇ ਵਿੱਚ ਜਿਵੇਂ ਬਿਜਲੀ ਦੇ ਕੰਪੋਨੈਂਟਸ ਹੋ ਗਏ, ਮੋਟਰ ਜਨਰੇਟਰ ਦੇ ਪਾਰਟਸ ਹੋ ਗਏ, ਜੋ ਬਿਜਲੀ ਜਨਰੇਟਰ ਨੇ, ਸਵਿੱਚ ਹੋ ਗਈਆਂ, ਉਹ ਸਾਰਾ ਇਲੈਕਟ੍ਰੀਕਲ ਡਰਾਇੰਗ 'ਚ ਆਉਂਦਾ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਡਰਾਇੰਗ ਦੇ ਵਿੱਚ ਵਰਤੇ ਜਾਣ ਵਾਲੇ ਇੰਸਟਰੂਮੈਂਟਸ ਦੇ ਵਿੱਚ। ਇਹ ਆਮ ਤੌਰ 'ਤੇ ਸਾਰਿਆਂ ਨੇ ਦੇਖਿਆ ਹੀ ਹੋਣਾ, ਪਰ ਫਿਰ ਵੀ ਆਪਾਂ ਇੱਥੇ ਡਿਸਕਸ ਕਰਾਂਗੇ। ਡਰਾਇੰਗ ਨੂੰ ਠੀਕ ਅਤੇ ਘੱਟ ਸਮੇਂ ਵਿੱਚ ਬਣਾਉਣ ਦੇ ਲਈ
ਹੇਠ ਲਿਖੇ ਉਪਕਰਨਾਂ ਅਤੇ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਆਉਂਦਾ ਡਰਾਇੰਗ ਬੋਰਡ। ਡਰਾਇੰਗ ਬੋਰਡ ਕੀ ਹੁੰਦਾ? ਜਿਸ ਦੇ ਉੱਪਰ ਆਪਾਂ ਨੇ ਸ਼ੀਟ ਲਾ ਕੇ ਤੁਸੀਂ ਡਰਾਇੰਗ ਬਣਾਉਣੀ ਆ, ਉਹ ਸ਼ੀਟ ਕਿੱਥੇ ਲਾਉਣੀ ਆ? ਡਰਾਇੰਗ ਬੋਰਡ ਦੇ ਉੱਪਰ। ਡਰਾਇੰਗ ਬੋਰਡ ਉੱਪਰ ਪੇਪਰ ਜਾਂ ਡਰਾਇੰਗ ਸ਼ੀਟ ਨੂੰ ਰੱਖ ਕੇ ਵੱਖ-ਵੱਖ ਤਰ੍ਹਾਂ ਦੀਆਂ ਡਰਾਇੰਗਾਂ ਬਣਾਈਆਂ ਜਾਂਦੀਆਂ ਹਨ। ਇਸ ਦੀ ਉੱਪਰਲੀ ਸਤ੍ਹਾ ਸਾਫ਼ ਅਤੇ ਸਮਤਲ ਹੁੰਦੀ ਹੈ। ਜਿਹੜਾ ਉੱਪਰ ਹੁੰਦਾ ਸਾਫ਼ ਸਤ੍ਹਾ ਹੁੰਦੀ ਹੈ ਕੋਈ, ਤੇ ਸਮਤਲ ਹੁੰਦੀ ਹੈ ਮਤਲਬ ਪਲੇਨ ਹੁੰਦੀ ਹੈ। ਇਸ ਨੂੰ ਬਣਾਉਣ ਲਈ ਚੰਗੀ ਤਰ੍ਹਾਂ ਸੀਜ਼ਨ ਕੀਤੀ ਹੋਈ ਬਿਨਾਂ ਗੱਠਾਂ ਦੀ ਨਰਮ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫੱਟੀਆਂ ਦੇ ਬੈਟਨ ਲਗਾ ਕੇ ਪੇਚ ਜੋੜ ਕੇ ਉਹਨਾਂ ਦੀ ਵਰਤੋਂ ਕਰਦੇ। ਸੀਜ਼ਨ ਕੀਤਾ ਮਤਲਬ ਵੀ ਉਹਦੇ ਵਿੱਚ ਸੁਕਾਈ ਹੁੰਦੀ ਹੈ ਚੰਗੀ ਤਰ੍ਹਾਂ। ਇਹ ਇਸ ਤਰ੍ਹਾਂ ਦਾ ਡਰਾਇੰਗ ਬੋਰਡ ਹੁੰਦਾ, ਤੁਸੀਂ ਦੇਖ ਰਹੇ ਹੋ। ਇਹ ਬੈਟਨ ਹੁੰਦੇ ਆ, 4-5 ਸਟੈਪਸ ਹੁੰਦੀਆਂ, 1 2 3 4 5 ਜਾਂ 6 ਸਟੈਪਸ ਹੁੰਦੀਆਂ ਨੇ ਇਹ, ਤੇ ਉੱਪਰ ਬੈਟਨ ਲੱਗਿਆ ਹੁੰਦਾ ਤੇ ਨਿਚਲੇ ਪਾਸੇ ਸਰਫੇਸ ਦੇ ਮਤਲਬ ਟੌਪ ਸਰਫੇਸ ਦੇ ਇੱਕ ਸੌਫਟ ਬੋਰਡ ਦਾ ਬੋਰਡ ਲੱਗਿਆ ਹੁੰਦਾ, ਜਿਹਦੇ ਉੱਪਰ ਆਪਾਂ ਸ਼ੀਟ ਲੈ ਕੇ ਰੱਖ ਕੇ ਕੰਮ ਕਰਦੇ। ਇਹ ਹੁੰਦਾ ਉਹਦਾ ਡਰਾਇੰਗ ਬੋਰਡ। ਫਿਰ ਆਉਂਦਾ ਟੀ ਸਕੇਅਰ। ਟੀ ਸਕੇਅਰ ਕੀ ਹੁੰਦਾ? ਇਸ ਤਰ੍ਹਾਂ ਦਾ ਹੁੰਦਾ ਟੀ ਸਕੇਅਰ। ਇਹ ਟੀ ਬਣੀ ਹੈ, ਦੇਖੋ ਤੁਸੀਂ, ਇਹ ਟੀ ਬਣੀ ਹੈ। ਇੱਕ ਇਹਦਾ ਆਹ ਵਾਲਾ ਪਾਰਟ ਹੈ, ਇੱਕ ਆਹ ਵਾਲਾ ਪਾਰਟ ਹੈ। ਇਹਦਾ ਕੀ ਕੰਮ ਹੁੰਦਾ? ਜਿਸ ਤਰ੍ਹਾਂ ਇੱਥੇ ਰੱਖਿਆ ਹੋਇਆ, ਇਹ ਡਰਾਇੰਗ ਬੋਰਡ ਦੇ ਨਾਲ ਇੱਥੇ ਲੱਗ ਜਾਂਦੀ ਹੈ ਟੀ, ਤੇ ਇਹ ਬਿਲਕੁਲ ਸਿੱਧਾ ਹੋ ਗਿਆ ਤਾਂ ਤੁਸੀਂ ਸਟ੍ਰੇਟ ਲਾਈਨਾਂ ਮਾਰ ਸਕਦੇ ਹੋ ਸੌਖੀਆਂ। ਅਦਰਵਾਈਜ਼ ਤੁਸੀਂ ਸਟ੍ਰੇਟ ਲਾਈਨ ਮਾਰੋਗੇ ਤੁਹਾਨੂੰ ਟੇਢੀ ਵੱਜ ਸਕਦੀ ਹੈ, ਐਵੇਂ ਤੁਹਾਨੂੰ ਨਹੀਂ ਪਤਾ ਲੱਗਦਾ। ਤਾਂ ਟੀ ਕੀ ਕਰਦੀ ਆ? ਇੱਕ ਪਾਸਾ ਬੋਰਡ ਦੇ ਨਾਲ ਲੱਗ ਜਾਂਦਾ, ਡਰਾਇੰਗ ਬੋਰਡ ਆ, ਇੱਥੇ ਡਰਾਇੰਗ ਬੋਰਡ ਦੇ ਨਾਲ ਲੱਗ ਗਿਆ, ਤੇ ਜਿਹੜਾ ਦੂਸਰਾ ਬਲੇਡ ਹੈ ਇਹਦਾ ਵਾਲਾ, ਇਹ ਵਾਲਾ ਪਾਰਟ ਨੂੰ ਬਲੇਡ ਕਹਿੰਦੇ ਆ। ਤੇ ਬਲੇਡ ਤੋਂ ਆਪਾਂ ਕੀ ਕਰ ਸਕਦੇ ਹਾਂ? ਆਪਾਂ ਸਟ੍ਰੇਟ ਲਾਈਨਾਂ ਮਾਰ ਸਕਦੇ ਹਾਂ। ਹੁਣ ਆਪਾਂ ਇਹਦੇ ਬਾਰੇ ਥੋੜਾ ਪੜ੍ਹ ਲਈਏ ਵੀ ਹੁੰਦਾ ਕੀ ਹੈ। ਇਸ ਨੂੰ ਸਖਤ ਲੱਕੜੀ ਦੀ ਫੱਟੀ ਨਾਲ ਬਣਾਇਆ ਜਾਂਦਾ ਹੈ। ਇਸ ਦੀ ਛੋਟੀ ਫੱਟੀ ਨੂੰ ਹੈੱਡ, ਜਿਹੜਾ ਇਹ ਵਾਲਾ ਪਾਰਟ ਹੁੰਦਾ ਇਹਨੂੰ ਹੈੱਡ ਕਹਿੰਦੇ, ਤੇ ਇਸ ਵਾਲੇ ਨੂੰ ਬਲੇਡ ਕਹਿੰਦੇ। ਛੋਟੀ ਲੱਕੜੀ ਨੂੰ ਹੈੱਡ ਪਾਰਟ ਨੂੰ ਹੈੱਡ ਜਾਂ ਸਟਾਕ ਅਤੇ ਲੰਬੀ ਫੱਟੀ ਨੂੰ ਬਲੇਡ ਕਹਿੰਦੇ ਹਨ, ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ। ਇਹਨਾਂ ਨੂੰ ਪੇਚ ਅਤੇ ਵਾਸ਼ਰਾਂ ਦੀ ਸਹਾਇਤਾ ਨਾਲ ਸਮਕੋਣ ਤੇ ਮਜ਼ਬੂਤੀ ਨਾਲ ਫਿੱਟ ਕੀਤਾ ਜਾਂਦਾ ਹੈ। ਜਿਹੜਾ ਕੋਣ ਬਣਦਾ ਇਹਨਾਂ ਵਿੱਚ ਆਪਸ ਵਿੱਚ ਵਾਲਾ, ਇਹ 90 ਡਿਗਰੀ ਦਾ ਹੁੰਦਾ ਹੈ। ਸਟਾਕ ਤੋਂ ਇਲਾਵਾ ਅੰਦਰੂਨੀ ਸਿਰੇ ਤੇ ਬਲੇਡ ਦੇ ਉੱਪਰਲੇ ਸਿਰੇ ਤੇ ਅੰਬੋਨੀ ਐਜ ਲੱਗੀ ਹੁੰਦੀ ਹੈ, ਜੋ ਇੱਕਦਮ ਸਿੱਧੀ ਹੁੰਦੀ ਹੈ। ਇਸ ਨੂੰ ਟੀ ਸਕੇਅਰ ਦੇ ਵਰਕਿੰਗ ਐਜ ਕਹਿੰਦੇ ਹਨ। ਹੈੱਡ ਦੇ ਵਰਕਿੰਗ ਐਜ ਨੂੰ ਡਰਾਇੰਗ ਬੋਰਡ ਦੇ ਵਰਕਿੰਗ ਐਜ ਨਾਲ ਟਿਕਾ ਕੇ ਉੱਪਰ ਥੱਲੇ ਖਿਸਕਾਇਆ ਜਾਂਦਾ ਹੈ। ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਇਹ ਡਰਾਇੰਗ ਬੋਰਡ ਦੇ ਨਾਲ ਇਹਦਾ ਐਜ ਲੱਗ ਜਾਂਦਾ, ਇਹਨੂੰ ਆਪਾਂ ਉੱਪਰ ਨੀਚੇ ਕਰਕੇ ਜਿੰਨੀਆਂ ਮਰਜ਼ੀ ਸਟ੍ਰੇਟ ਲਾਈਨਸ ਉਹ ਲਗਾ ਸਕਦੇ ਹਾਂ। ਇਹਨਾਂ ਦੇ ਸਾਈਜ਼ ਹੇਠ ਲਿਖੇ ਹਨ, ਜਿਵੇਂ T0, T0, T1, T2, T3। ਤਿੰਨਾਂ ਦੇ ਸਾਈਜ਼ ਲਿਖੇ ਹੋਏ ਨੇ। T0 ਜਿਹੜਾ 1500 mm ਦਾ ਹੁੰਦਾ, T1 1000 mm ਦਾ, T2 700 mm ਦਾ, T3 500। ਇਹ ਤੁਸੀਂ ਸਾਈਜ਼ ਯਾਦ ਰੱਖਣੇ ਆ ਇਹਨਾਂ ਦੇ ਵੀ ਕਿੰਨੇ mm ਦੇ ਹੁੰਦੇ ਆ। ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ ਵੀ T0 ਸਾਈਜ਼, ਟੀ ਸਕੇਅਰ ਦਾ T0 ਸਾਈਜ਼ ਕਿੰਨੇ mm ਦਾ ਹੁੰਦਾ? ਉਹ ਹੁੰਦਾ 1500 mm ਦਾ। ਇਹ ਪਲਾਸਟਿਕ ਦੇ ਹੀ ਬਣੇ ਹੁੰਦੇ ਆ, ਟੀ ਸਕੇਅਰ ਦੇ ਪਲਾਸਟਿਕ ਦੇ ਹੀ ਬਣੇ ਹੁੰਦੇ ਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸੈੱਟ ਸਕੇਅਰ। ਇਹ ਤੁਸੀਂ ਛੋਟੀਆਂ ਕਲਾਸਾਂ ਵਿੱਚ ਆਮ ਤੌਰ 'ਤੇ ਦੇਖੇ ਹੋਣੇ, ਜਿਓਮੈਟਰੀ ਬਾਕਸ ਦੇ ਵਿੱਚ ਇਹ ਹੁੰਦੇ ਸੀਗੇ, ਪਰ ਤੁਸੀਂ ਇਹਦੀ ਕਦੇ ਵਰਤੋਂ ਨਹੀਂ ਕੀਤੀ ਹੋਣੀ। ਤਾਂ ਇਸ ਨੂੰ ਦੱਸਦਾ ਹੈ ਕਿਵੇਂ ਵਰਤੋਂ ਕਰਦੇ ਹਾਂ। ਇਹ ਸਮਕੋਣ ਤ੍ਰਿਭੁਜ ਪ੍ਰਕਾਰ ਦੇ ਟੁਕੜੇ ਹੁੰਦੇ ਹਨ, ਜਿਨ੍ਹਾਂ ਦਾ ਪ੍ਰਯੋਗ ਵੱਖ-ਵੱਖ ਕੋਣ ਬਣਾਉਣ ਅਤੇ ਸਮਾਨਾਂਤਰ ਲਾਈਨਾਂ ਲਗਾਉਣ ਲਈ ਕੀਤਾ ਜਾਂਦਾ ਹੈ। ਇਹ ਲੱਕੜੀ ਜਾਂ ਪਾਰਦਰਸ਼ੀ ਪਲਾਸਟਿਕ ਦੇ ਬਣੇ ਹੁੰਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ, ਜੀ ਦੋ ਐਂਗਲ ਨੀਚੇ ਦੇਖੋ ਫਿਗਰ 1 ਦੇ ਵਿੱਚ, ਜੀ ਦੋ ਐਂਗਲ 45 ਦੇ ਤੇ ਇੱਕ 90 ਡਿਗਰੀ ਦਾ। ਤੇ ਦੂਸਰਾ ਜੀ ਦੋ ਐਂਗਲ, ਇੱਕ 30 ਦੇ ਐਂਗਲ ਹੈ, ਇੱਕ 60 ਦਾ, ਤੇ ਤੀਸਰਾ 90 ਡਿਗਰੀ ਦਾ। ਹੁਣ ਆਪਾਂ ਇਹਦੇ ਵਿੱਚ ਕਰਦੇ ਕੀ ਆ? ਇਹਨਾਂ ਤਿੰਨਾਂ ਨੂੰ, ਦੋਨਾਂ ਨੂੰ ਵੱਖ-ਵੱਖ ਐਂਗਲਾਂ ਨਾਲ ਜੋੜ ਕੇ ਆਪਾਂ ਅਲੱਗ-ਅਲੱਗ ਐਂਗਲ ਬਣਾ ਸਕਦੇ ਹਾਂ। ਜਿਵੇਂ ਇਹਨਾਂ ਦਾ ਪ੍ਰਯੋਗ 15 ਡਿਗਰੀ। 15 ਡਿਗਰੀ ਕੀ ਹੈ? ਆਪਾਂ ਨੇ ਇੱਥੋਂ 45 ਦਾ ਲਿਆ, 45 ਚੋਂ 30 ਵਾਲਾ ਪਾਸਾ ਉਲਟਾ ਕਰਕੇ ਲਾਦਾ, ਮਾਈਨਸ ਹੋ ਗਿਆ, 15 ਡਿਗਰੀ ਦਾ ਕੋਣ ਬਣ ਜਾਊਗਾ। 30 ਦਾ ਕੋਣ ਆਪਾਂ ਸਿੱਧਾ ਇੱਥੋਂ ਬਣਾ ਸਕਦੇ ਹਾਂ, 45 ਵਾਲਾ ਵੀ ਸਿੱਧਾ ਬਣਾ ਸਕਦੇ ਹਾਂ, 60 ਵਾਲਾ ਹੀ ਬਣ ਜਾਊਗਾ। 75 ਦਾ ਬਣਾਉਣਾ ਤਾਂ ਤੁਸੀਂ 45 'ਚ 30 ਵਾਲਾ ਐਡ ਕਰ ਦਿਓ। ਇਹਨੂੰ ਇਸ ਤਰ੍ਹਾਂ ਰੱਖਿਆ ਜਾਂਦਾ ਵੀ ਆਪਾਂ 30 'ਚ ਐਡ ਹੋ ਜਾਏ ਤੇ 75 ਦਾ ਕੋਣ ਬਣ ਜਾਏ। ਉਸੇ ਤਰ੍ਹਾਂ ਹੀ 90 ਦਾ ਕੋਣ ਤਾਂ ਬਣ ਹੀ ਜਾਣਾ ਆਪਣਾ। 105 ਦਾ ਬਣਾਉਣ ਲਈ ਆਪਾਂ ਨੂੰ 60 ਦੇ ਵਿੱਚ 45 ਵਾਲਾ ਪਾਸਾ ਐਡ ਕਰ ਦਾਂਗੇ। ਉਸ ਤਰ੍ਹਾਂ 120 ਦਾ ਬਣਾਉਣ ਲਈ 90 ਦੇ ਵਿੱਚ, ਇਸ 90 ਦੇ ਵਿੱਚ ਇਹ 30 ਵਾਲਾ ਪਾਸਾ ਐਡ ਕਰ ਦਾਂਗੇ। ਉਸੇ ਤਰ੍ਹਾਂ 135 ਦਾ, 150 ਦਾ ਤੇ 180 ਦਾ, ਇਹ ਸਾਰੇ ਕੋਣ ਨੇ ਜਿਹੜੇ ਆਪਾਂ ਸੈੱਟ ਸਕੇਅਰ ਦੀ ਮਦਦ ਨਾਲ ਬਣਾ ਸਕਦੇ ਹਾਂ। ਇਹ 11 ਕੋਣ ਹੋ ਗਏ ਜਿਹੜੇ ਕਿ ਆਪਾਂ ਸੈੱਟ ਸਕੇਅਰ ਨਾਲ ਆਸਾਨੀ ਨਾਲ ਬਣਾ ਸਕਦੇ ਹਾਂਗੇ।
ਇਹ ਇੱਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਦੇਖਣਾ ਵੀ ਵਰਤੋਂ ਕਿਸ ਤਰ੍ਹਾਂ ਕਰਦੇ ਆ ਤਾਂ ਤੁਸੀਂ YouTube ਤੇ ਕੋਈ ਵੀਡੀਓ ਸਰਚ ਮਾਰੋ ਹਾਊ ਟੂ ਯੂਜ਼ ਸੈਟ ਸਕੇਅਰਸ, ਤਾਂ ਉੱਤੇ ਤੁਹਾਨੂੰ ਇਹਦੀ ਵਰਤੋਂ ਵੀ ਦਿਖਾਣਗੇ, ਉਹ ਕਿਸ ਤਰ੍ਹਾਂ ਦੇ ਐਂਗਲ ਆ ਉਹ ਤੁਸੀਂ ਜੋੜ ਸਕਦੇ ਹੋ। ਨਹੀਂ ਘਰੇ ਆਰਾਮ ਨਾਲ ਤੁਸੀਂ ਇਹਨੂੰ ਟਰਾਈ ਕਰੋਗੇ, ਕੋਲੇ ਡੀ ਰੱਖ ਲਿਓ ਤਾਂ ਐਂਗਲ ਤੁਹਾਡੇ ਆਸਾਨੀ ਨਾਲ ਬਣ ਜਾਣਗੇ। ਉਸ ਤੋਂ ਬਾਅਦ ਦਾ ਪ੍ਰੋਟੈਕਟਰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਇਹ ਵਾਲਾ ਜਿਹਨੂੰ ਤੁਸੀਂ ਡੀ ਕਹਿੰਦੇ ਆ। ਇਹ ਸੈਮੀ ਸਰਕੂਲਰ ਪ੍ਰੋਟੈਕਟਰ ਹੈ। ਦੋ ਤਰ੍ਹਾਂ ਦੇ ਪ੍ਰੋਟੈਕਟਰ ਆਉਂਦੇ ਆ, ਇਹ ਸੈਮੀ ਸਰਕੂਲਰ ਹੈ ਜਿਹ 'ਚ ਐਂਗਲ 0 ਤੋਂ ਲੈ ਕੇ 180 ਤੱਕ ਹੁੰਦੇ ਨੇ, 0 ਤੋਂ ਲੈ ਕੇ 180 ਤੱਕ, ਤੇ ਇਹ ਸਰਕੂਲਰ ਪ੍ਰੋਟੈਕਟਰ ਹੈ ਜਿਹਦੇ ਐਂਗਲ 0 ਤੋਂ ਲੈ ਕੇ 360 ਤੱਕ ਹੁੰਦੇ ਨੇ। ਕਲੌਕਵਾਈਜ਼ ਤੇ ਐਂਟੀ ਕਲੌਕ ਦੋਵੇਂ ਸਾਈਡਾਂ ਜਿਹੜੇ ਐਂਗਲ ਹੁੰਦੇ ਨੇ, ਠੀਕ ਹੈ। ਸੈਮੀ ਸਰਕੂਲਰ 0 ਤੋਂ 180 ਤੱਕ, ਸਰਕੂਲਰ 0 ਤੋਂ 360 ਤੱਕ। ਇੱਥੋਂ ਆਪਾਂ ਇਹਦੇ ਹੈਲਪ ਨਾਲ ਆਪਾਂ ਕੋਈ ਵੀ ਜਿਹੜਾ ਕੋਣ ਹੈ ਉਹ ਬਣਾ ਸਕਦੇ ਹਾਂ। ਸੈਮੀ ਸਰਕੂਲਰ ਨਾਲ 0 ਤੋਂ 180 ਤੱਕ ਦਾ ਕੋਣ ਬਣਾ ਸਕਦੇ ਹਾਂ, ਤੇ ਸਰਕੂਲਰ ਨਾਲ 0 ਤੋਂ 360 ਤੱਕ ਦਾ ਕੋਣ ਆਪਾਂ ਬਣਾ ਸਕਦੇ ਹਾਂ। ਇਹ ਵੀ ਲੱਕੜੀ ਜਾਂ ਪਾਰਦਰਸ਼ੀ ਪਲਾਸਟਿਕ ਦੇ ਬਣੇ ਹੁੰਦੇ ਹਨ। ਉਸ ਤੋਂ ਬਾਅਦ ਆਉਂਦਾ ਇੰਸਟਰੂਮੈਂਟ ਬਾਕਸ। ਇਹ ਇੰਜੀਨੀਅਰਿੰਗ ਇੰਸਟਰੂਮੈਂਟ ਬਾਕਸ ਹੈ। ਇਹਦੇ ਵਿੱਚ ਸਿਰਫ ਕੰਪਾਸ ਤੇ ਡਿਵਾਈਡਰ ਹੁੰਦੇ ਨੇ। ਡਰਾਇੰਗ ਉਪਕਰਨ ਰੱਖਣ ਦੇ ਬਕਸੇ ਨੂੰ ਇੰਸਟਰੂਮੈਂਟ ਬਾਕਸ ਕਿਹਾ ਜਾਂਦਾ ਹੈ। ਇਸ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਡਰਾਇੰਗ ਉਪਕਰਨ ਰੱਖੇ ਜਾਂਦੇ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਇੱਕ ਹੁੰਦੀ ਹੈ ਵੱਡੀ ਕੰਪਾਸ, ਲਾਰਜ ਕੰਪਾਸ, ਵੱਡਾ ਡਿਵਾਈਡਰ, ਲਾਰਜ ਡਿਵਾਈਡਰ, ਛੋਟੀ ਬੋ ਕੰਪਾਸ, ਸਮਾਲ ਬੋ ਕੰਪਾਸ, ਛੋਟਾ ਬੋ ਪੈਨ, ਇਹਦੇ ਗਲਤ ਲਿਖਿਆ ਪੈਨ ਹੁੰਦਾ, ਸਮਾਲ ਬੋ ਪੈਨ, ਛੋਟਾ ਬੋ ਡਿਵਾਈਡਰ, ਸਮਾਲ ਬੋ ਡਿਵਾਈਡਰ। ਇਹ ਹੁਣ ਤੁਹਾਨੂੰ ਦਿਖਾਉਣਾ ਮੈਂ ਕਿਸ ਤਰ੍ਹਾਂ ਹੁੰਦਾ। ਇਹ ਹੁੰਦੀ ਹੈ ਲਾਰਜ ਕੰਪਾਸ। ਇਸ ਦਾ ਪ੍ਰਯੋਗ ਆਕਾਰ ਦੇ 120 mm ਤੱਕ ਲਈ ਕੀਤਾ ਜਾਂਦਾ ਹੈ। ਇਸ ਵਿੱਚ ਦੋ ਲੈਗ ਹੁੰਦੀਆਂ ਨੇ, ਲੱਤਾਂ ਹੁੰਦੀਆਂ ਨੇ ਇਹ ਵਾਲੀਆਂ, ਜਿਹਨਾਂ ਨੂੰ ਨੀ ਜੁਆਇੰਟ ਕਹਿੰਦੇ ਆ। ਇਸ ਦੇ ਇੱਕ ਲੱਤ ਦੇ ਇੱਧਰਲੇ ਪਾਸੇ ਇੱਕ ਲੈਡ ਮਿਲਦੇ ਆ, ਜਿਹੜੇ ਪੈਨਸਲ ਦੇ ਵਿੱਚ ਸਿੱਕੇ ਹੁੰਦੇ ਨੇ ਨਾ ਆਪਣੇ, ਉਹ ਆਪਾਂ ਨੂੰ ਉਸ ਤਰ੍ਹਾਂ ਦੇ ਇਕੱਲੇ ਸਿੱਕੇ ਮਿਲ ਜਾਂਦੇ ਬਾਜ਼ਾਰ 'ਚ। ਉਹ ਇਕੱਲਾ ਸਿੱਕਾ ਪੈਂਦਾ ਇੱਥੇ, ਤੇ ਦੂਜੀ ਸਾਈਡ ਆ ਜਿਹੜੀ ਲੈਗ, ਉਸ ਦੇ ਉੱਪਰ ਨੀਡਲ ਹੁੰਦੀ ਹੈਗੀ। ਨੀਡਲ ਜਿਹੜੀ ਸੂਈ ਹੁੰਦੀ ਆ, ਜਿਹਨੂੰ ਆਪਾਂ ਰੱਖ ਕੇ ਕੰਪਾਸ ਤੇ ਸਰਕਲ ਮਾਰਨਾ। ਇੱਥੇ ਨੀਡਲ ਰੱਖੀਏ ਤਾਂ ਤੁਸੀਂ ਘੁਮਾ ਕੇ ਸਰਕਲ ਮਾਰ ਸਕਦੇ ਹੋ, ਠੀਕ ਹੈ। ਇੱਥੇ ਲੈਡ ਪੈਂਦਾ, ਨਾ ਕਿ ਕੋਈ ਪੈਨਸਲ ਪੈਂਦੀ ਆ। ਸਿੱਕਾ ਜਿਹੜਾ ਪੈਨਸਲ ਦੇ ਵਿੱਚ ਸਿੱਕਾ ਹੁੰਦਾ ਨਾ, ਉਹ ਆਪਾਂ ਨੂੰ ਬਾਜ਼ਾਰ ਤੋਂ ਮਿਲ ਜਾਂਦੇ ਆ, ਉਹ ਇੱਥੇ ਪੈਂਦੇ ਆ। ਤਾਂ ਉਸ ਤੋਂ ਬਾਅਦ ਆਉਂਦਾ ਲਾਰਜ ਸਾਈਡ ਡਿਵਾਈਡਰ। ਇਹ ਵਾਲਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹ ਡਿਵਾਈਡਰ ਹੈ ਇੱਕ ਤਰ੍ਹਾਂ ਦਾ। ਇਹ 'ਚ ਦੋਨੇ ਪਾਸੇ ਨੀਡਲ ਲੱਗੀ ਹੁੰਦੀ ਹੈ। ਅਗਰ ਆਪਾਂ ਨੇ ਕੋਈ ਐਂਗਲ ਦਾ ਬਾਈਸੈਕਟ ਕਰਨਾ, ਜਾਂ ਕੋਈ ਲਾਈਨ ਦਾ ਅੱਧ ਮਿਣਨਾ, ਜਾਂ ਲਾਈਨ ਤੋਂ ਆਪਾਂ ਨੂੰ ਡਿਵਾਈਡਰ ਖੋਲ੍ਹ ਕੇ ਆਪਾਂ ਲਾਈਨ ਮਿਣ ਲਈ, ਉਸ ਤੋਂ ਬਾਅਦ ਡਿਵਾਈਡਰ ਨੂੰ ਸਕੇਲ ਤੇ ਰੱਖ ਕੇ ਆਪਾਂ ਉਹਦੀ ਡਾਇਮੈਂਸ਼ਨ ਚੈੱਕ ਕਰ ਲਈ, ਉਹ ਡਿਵਾਈਡਰ ਦੀ ਮਦਦ ਨਾਲ ਹੁੰਦਾ। ਜਾਂ ਕਿਸੇ ਨੂੰ ਡਿਵਾਈਡ ਕਰਨਾ, ਹਾਫ ਕਰਨਾ, ਉਹ ਵੀ ਆਪਾਂ ਡਿਵਾਈਡਰ ਦੀ ਮਦਦ ਨਾਲ ਕਰ ਸਕਦੇ ਹਾਂ। ਫਿਰ ਇਹ ਸਮਾਲ ਬੋ ਕੰਪਾਸ। ਇਹ ਛੋਟੇ ਆਕਾਰ ਦੀ ਕੰਪਾਸ ਹੁੰਦੀ ਹੈ। ਇਸ ਦਾ ਪ੍ਰਯੋਗ 40 mm ਤੱਕ ਦੇ ਵਿਆਸ ਦੇ ਗੋਲੇ ਖਿੱਚਣ ਲਈ ਕੀਤਾ ਜਾਂਦਾ ਹੈ। 120 ਤੱਕ ਲਾਰਜ ਕੰਪਾਸ, 40 ਤੱਕ ਸਮਾਲ ਕੰਪਾਸ। ਇਸ ਦੇ ਐਡਜਸਟ ਕਰਨ ਲਈ ਇਸ ਨੂੰ ਸੈਂਟਰ ਦੇ ਵਿੱਚ ਸਾਈਡ ਵੀ ਲੱਗਿਆ ਹੁੰਦਾ। ਕਿਸ ਤਰ੍ਹਾਂ? ਇਸ ਤਰ੍ਹਾਂ। ਇਹ ਬੋ ਕੰਪਾਸ ਆ ਗਈ। ਇੱਥੋਂ ਤੁਸੀਂ ਕਰ ਸਕਦੇ ਹੋ ਟਾਈਟ ਕਰਕੇ, ਇਹ ਜਿਹੜੀ ਹੈਗੀ ਆ ਬੋ ਕੰਪਾਸ ਦਾ ਸਾਈਜ਼ ਛੋਟਾ ਜਾਂ ਵੱਡਾ ਕਰ ਸਕਦੇ ਹੋ। ਇਹ ਸਪਰਿੰਗ ਲੱਗਿਆ ਹੁੰਦਾ, ਨਟ ਲੱਗਿਆ ਹੁੰਦਾ, ਜਦੋਂ ਟਾਈਟ ਕਰੋਗੇ ਤਾਂ ਸਾਈਜ਼ ਛੋਟਾ ਹੋਈ ਜਾਊਗਾ। ਇੱਥੇ ਬੋ ਕੰਪਾਸ ਦੀ ਮਦਦ ਲੋੜ ਪੈਂਦੀ ਹੈ। ਇਹ ਇਸ ਤਰ੍ਹਾਂ ਹੀ ਬੋ ਡਿਵਾਈਡਰ ਹੈ। ਬੋ ਐਰੋ ਐਂਡ ਬੋ ਤੁਸੀਂ ਦੇਖਿਆ ਹੋਣਾ, ਜਿਹੜਾ ਆਪਾਂ ਨਿਸ਼ਾਨੇ ਲਾਉਣੇ ਹੁੰਦੇ ਆ, ਵੀ ਉਹ ਤਿੱਕ ਤੀਰ ਜਿਹਾ ਹੁੰਦਾ ਆਪਣੇ ਹੱਥ 'ਚ ਫੜ ਕੇ ਸਾਹਮਣੇ ਗੋਲ ਚੱਕਰ ਦੇ ਵਿੱਚ ਆਪਾਂ ਨਿਸ਼ਾਨਾ ਲਾਉਣੇ ਆ, ਉਹ ਹੁੰਦਾ ਬੋ ਐਂਡ ਐਰੋ। ਬੋ ਕੀ ਹੁੰਦਾ? ਜਿਹੜਾ ਹੱਥ 'ਚ ਫੜਦੇ ਆ ਨਾ, ਸੌਰੀ, ਜਿਹੜਾ ਸਾਹਮਣੇ ਗੋਲ ਹੁੰਦਾ ਉਹਨੂੰ ਬੋ ਕਹਿੰਦੇ ਆ, ਐਰੋ ਆਪਾਂ ਹੱਥ 'ਚ ਫੜਦੇ ਆ। ਸੇਮ ਉਸੇ ਤਰ੍ਹਾਂ ਹੀ ਇਹਦਾ ਨਾਮ ਉੱਥੋਂ ਲਿਆ ਗਿਆ, ਬੋ ਕੰਪਾਸ। ਤੇ ਇਹ ਬੋ ਡਿਵਾਈਡਰ ਹੋ ਗਿਆ। ਇਹ ਇੰਕ ਬੋ ਕੰਪਾਸ ਹੋ ਗਈ। ਇਹਦੇ ਵਿੱਚ ਕੀ ਹੁੰਦਾ? ਇੱਥੇ ਇੰਕ ਪੈਂਦੀ ਹੈ, ਮਤਲਬ ਪੈਨ ਹੁੰਦਾ। ਇਹ ਸਿੱਕਾ ਜਿਸ ਤਰ੍ਹਾਂ ਹੁੰਦਾ ਆਪਣਾ ਕੱਟ ਕੇ ਉਹ ਪਾਇਆ ਗਿਆ ਹੁੰਦਾ, ਇੰਕ ਵਾਲਾ ਹੁੰਦਾ, ਤਾਂ ਕਰਕੇ ਇਹਨੂੰ ਕਹਿੰਦੇ ਨੇ ਇੰਕ ਬੋ ਕੰਪਾਸ। ਇੱਥੋਂ ਜਦੋਂ ਇਹਨੂੰ ਆਪਾਂ ਸਰਕਲ ਮਾਰਦੇ ਹਾਂ, ਇਹ ਪੈਨ ਨਾਲ ਜਿਹੜਾ ਸਰਕਲ ਆ ਉਹ ਵੱਜਦਾ ਹੈਗਾ, ਇੰਕ ਛੱਡਦੀ ਹੈ। ਸਮਾਲ ਬੋ ਪੈਨ ਦੇ ਵਿੱਚ ਇੱਕ ਛੋਟੀ ਕੰਪਾਸ ਵਰਗਾ ਹੀ ਹੁੰਦਾ ਹੈ। ਇਸ ਵਿੱਚ ਲੈਡ ਪੁਆਇੰਟ ਦੀ ਜਗ੍ਹਾ ਤੇ ਇੱਕ ਪੁਆਇੰਟ ਇੰਕ ਪੁਆਇੰਟ ਲੱਗਿਆ ਹੁੰਦਾ ਹੈ, ਅਤੇ ਸਿਆਹੀ ਨਾਲ ਛੋਟੇ ਗੋਲੇ ਲਗਾਉਣ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਛੋਟੇ ਬੋ ਡਿਵਾਈਡਰ, ਸਮਾਲ ਬੋ ਡਿਵਾਈਡਰ ਹੋ ਗਿਆ, ਠੀਕ ਹੈ। ਇਸ ਦਾ ਪ੍ਰਯੋਗ ਛੋਟੀਆਂ ਦੂਰੀਆਂ ਨੂੰ ਸਮਾਨ ਭਾਗਾਂ ਵਿੱਚ ਵੰਡਣ ਲਈ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਲੈਂਥਨਿੰਗ ਬਾਰ। ਲੈਂਥਨਿੰਗ ਬਾਰ ਦੇ ਵਿੱਚ ਕੀ ਹੁੰਦੀ ਆ? 2-3 ਪ੍ਰਕਾਰ ਦੀਆਂ ਆਪਾਂ ਲੈਗਸ ਹੁੰਦੀਆਂ ਨੇ, ਜਿਵੇਂ ਲਿਖਿਆ 1 2 3। ਇਹ ਲੈਗਸ ਆਪਾਂ ਇੱਥੇ ਫਿੱਟ ਕਰ ਸਕਦੇ ਹਾਂ।
ਇਸ ਸਾਈਡ ਤੇ, ਤਾਂ ਜੋ ਆਪਾਂ ਜਿਹੜੀ ਕੰਪਾਸ ਦਾ ਸਾਈਜ਼ ਆ ਉਹ ਵੱਡਾ ਕਰ ਸਕੀਏ। 120 mm ਤੋਂ ਵੱਧ ਜ਼ਿਆਦਾ ਦੇ ਗੋਲੇ ਖਿੱਚਣ ਲਈ ਇਸ ਕੰਪਾਸ ਦੇ ਲੈਡ ਪੁਆਇੰਟ ਨੂੰ ਸੈੱਟ ਕੀਤਾ ਜਾਂਦਾ। ਆਪਾਂ ਇਹਦੀ ਲੈਂਥਨਿੰਗ ਬਾਰ ਲਗਾ ਲੈਣਾ, ਐਕਸਟੈਂਡ ਕਰ ਲੈਣਾ ਇਹਦੀ ਲੈਂਥਨਿੰਗ ਬਾਰ ਲਗਾ ਕੇ, ਤਾਂ ਜੋ ਆਪਾਂ ਵੱਡੇ ਸਾਈਜ਼ ਦੇ ਗੋਲੇ ਖਿੱਚ ਸਕੀਏ 120 mm ਤੋਂ ਉੱਪਰ। 120 mm ਤੱਕ ਲਾਰਜ ਕੰਪਾਸ, 40 mm ਤੱਕ ਬੋ ਕੰਪਾਸ, 120 ਤੋਂ ਉੱਪਰ ਲੈਂਥਨਿੰਗ ਬਾਰ ਦੀ ਆਪਾਂ ਵਰਤੋਂ ਕਰਦੇ ਹਾਂ। ਉਸ ਤੋਂ ਬਾਅਦ ਹੈ ਡਰਾਇੰਗ ਪੈਨਸਲ। ਇਹ ਬਹੁਤ ਇੰਪੋਰਟੈਂਟ ਆ। ਡਰਾਇੰਗ ਦੀ ਸ਼ੁੱਧਤਾ ਅਤੇ ਸੁੰਦਰਤਾ ਕਿਸਮ ਦੇ ਅਤੇ ਗ੍ਰੇਡ ਦੇ ਪੈਨਸਲ ਦੀ ਉੱਪਰ ਨਿਰਭਰ ਕਰਦੀ ਹੈ। ਮਤਲਬ ਕਿੰਨੀ ਸੁੰਦਰਤਾ ਨਾਲ ਡਰਾਇੰਗ ਬਣਾਉਣੀ ਹੈ ਉਹ ਕਰਦੀ ਹੈ ਪੈਨਸਲ ਦੇ ਗ੍ਰੇਡ ਦੇ ਨਿਰਭਰ ਦੇ। ਆਮ ਤੌਰ ਤੇ ਤੁਸੀਂ ਘਰੇ ਤੁਹਾਡੇ ਕੋਲ ਪੈਨਸਲ ਹੋਊਗੀ, ਉਹਨੂੰ ਧਿਆਨ ਨਾਲ ਦੇਖਿਓ ਤੇ ਲਿਖਿਓ HB। HB ਦਾ ਮਤਲਬ ਹੈ ਵੀ ਉਹ ਮੀਡੀਅਮ ਗ੍ਰੇਡ ਦੀ ਪੈਨਸਲ ਆ, ਉਹ ਲਿਖਣ ਵਾਸਤੇ ਵਰਤੀ ਜਾਂਦੀ ਹੈ। ਹੁਣ ਅਗਰ HB ਤੋਂ ਬਾਅਦ ਆਉਂਦਾ ਉੱਪਰ ਨੂੰ ਚੱਲੀਏ, H, 2H, 3H, 4H ਤੋਂ ਅਪ ਟੂ 9H ਤੱਕ ਜਾਂਦਾ। ਜਿਵੇਂ ਜਿਵੇਂ H ਗ੍ਰੇਡ ਦੀਆਂ ਪੈਨਸਲਾਂ ਸਖਤ ਹੁੰਦੀਆਂ ਨੇ, ਜਿਵੇਂ ਜਿਵੇਂ H ਵਧੀ ਜਾਊਗਾ ਉਵੇਂ ਉਵੇਂ ਤੁਹਾਡੀ ਜਿਹੜੀ ਪੈਨਸਲ ਆ ਉਹ ਹਾਰਡ ਹੁੰਦੀ ਜਾਊਗੀ। ਜਿਵੇਂ H ਦਾ ਨੰਬਰ ਵੱਧ ਗਿਆ, 2H, 3H, 4H, ਜਿੰਨੀ ਜ਼ਿਆਦਾ ਹਾਰਡ ਹੋਊਗੀ ਉਨੀ ਜ਼ਿਆਦਾ ਘੱਟ ਕਸੂਗੀ, ਉਨੀ ਜ਼ਿਆਦਾ ਫਿੱਕੀ ਚੱਲੂਗੀ ਪੈਨਸਲ। ਉਸ ਤੋਂ ਬਾਅਦ HB ਆ ਜਾਂਦਾ, ਜਿਹੜਾ ਕਿ ਨਾਰਮਲ ਆ। ਜੇ HB ਤੋਂ ਥੱਲੇ ਨੂੰ ਜਾਂਦੇ ਆਪਾਂ, B ਗ੍ਰੇਡ ਦੀ ਪੈਨਸਲ ਨਰਮ ਹੁੰਦੀ ਹੈ। ਇਹ B ਤੋਂ ਲੈ ਕੇ 7B ਤੱਕ ਹੁੰਦੀਆਂ ਹਨ। ਜਿਵੇਂ ਜਿਵੇਂ B ਨੰਬਰ ਵੱਧਦਾ ਹੈ, ਜਿਵੇਂ 2B, 3B, 4B, ਉਵੇਂ ਉਵੇਂ ਜ਼ਿਆਦਾ ਨਰਮ ਹੁੰਦੀਆਂ ਜਾਂਦੀਆਂ ਹਨ। ਅਤੇ ਜ਼ਿਆਦਾ ਨਰਮ ਹੋਣ ਨਾਲ ਕੀ ਹੋਊਗਾ, ਜਿੰਨੀ ਪੈਨਸਲ ਜ਼ਿਆਦਾ ਨਰਮ ਹੋਊਗੀ ਉਨੀ ਜ਼ਿਆਦਾ ਉਹ ਘਸੂਗੀ, ਜਾਣੀ ਕਿ ਜ਼ਿਆਦਾ ਕਾਲੀ ਡਾਰਕ ਚੱਲੂਗੀ। ਠੀਕ ਹੈ। HB ਦੀ ਪੈਨਸਲ ਨਾਰਮਲ ਗ੍ਰੇਡ ਦੀ ਪੈਨਸਲ ਆ, ਤੇ ਜਿਵੇਂ ਜਿਵੇਂ H ਵੱਧਦਾ ਉਵੇਂ ਪੈਨਸਲਾਂ ਹਾਰਡ ਹੋ ਜਾਂਦੀਆਂ, ਜਿਵੇਂ ਜਿਵੇਂ B ਵੱਧ ਰਿਹਾ ਉਵੇਂ ਪੈਨਸਲਾਂ ਸੌਫਟ ਹੋ ਜਾਂਦੀਆਂ ਨੇ। ਸੌਫਟ ਹੋਊ, ਵੱਧ ਘਸੂਗੀ, ਕਾਲੀ ਚੱਲੂਗੀ। H ਵਧੂਗਾ, ਪੈਨਸਲ ਹਾਰਡ ਹੋਊਗੀ, ਘੱਟ ਘਸੂਗੀ, ਫਿੱਕੀ ਚੱਲੂਗੀ। ਤਾਂ ਜਿਹੜੀਆਂ H ਦੀਆਂ ਪੈਨਸਲਾਂ ਗ੍ਰੇਡ ਦੀਆਂ ਉਹ ਇੰਜੀਨੀਅਰਿੰਗ ਡਰਾਇੰਗ ਲਈ ਵਰਤੀਆਂ ਜਾਂਦੀਆਂ ਨੇ, ਤੇ B ਗ੍ਰੇਡ ਦੀਆਂ ਪੈਨਸਲਾਂ ਜਿਹੜੀਆਂ ਉਹ ਆਪਣੀ ਜਿਹੜੀ ਕਲਾਤਮਿਕ ਡਰਾਇੰਗ ਆ, ਆਰਟਿਸਟਿਕ ਡਰਾਇੰਗ ਆ, ਆਰਟਿਸਟਾਂ ਦੁਆਰਾ ਜਿਹੜੇ ਆਰਟਿਸਟ ਬਣਾਉਂਦੇ ਨੇ, ਸਕੈਚ ਵਗੈਰਾ ਬਣਾਉਂਦੇ ਨੇ। ਜਿਵੇਂ ਆਪਾਂ ਕੋਈ ਮਰਡਰ ਹੋ ਜਾਂਦਾ ਤਾਂ ਪੁਲਿਸ ਵਾਲੇ ਸਕੈਚ ਬਣਾਉਂਦੇ ਨੇ, ਤਾਂ ਉੱਥੇ ਜਿਹੜੀ ਪੈਨਸਲ ਯੂਜ਼ ਕਰੀ ਜਾਂਦੀ ਆ ਉਹ 2B ਤੋਂ ਲੈ ਕੇ 7B ਤੱਕ ਦੀਆਂ ਜਿਹੜੀਆਂ ਪੈਨਸਲਾਂ ਉਹਨਾਂ ਦਾ ਪ੍ਰਯੋਗ ਕੀਤਾ ਜਾਂਦਾ। ਇਸ ਦੇ ਵਿੱਚ ਇੱਕ ਅੱਧਾ ਕੁਐਸਚਨ ਪੱਕਾ ਆਉਂਦਾ ਹਰ ਵਾਰ ਐਗਜ਼ਾਮ 'ਚ। ਉਸ ਤੋਂ ਬਾਅਦ ਹੈ ਡਰਾਇੰਗ ਸ਼ੀਟ। ਇਹ ਵੀ ਇੱਕ ਬਹੁਤ ਇੰਪੋਰਟੈਂਟ ਆ, ਤੁਸੀਂ ਯਾਦ ਰੱਖਣਾ। ਇਹ ਸਾਰੇ ਸਾਈਜ਼ ਯਾਦ ਰੱਖਣੇ ਆ। A0 ਦਾ 841 × 1189, A1 ਦਾ ਇੰਨਾ ਸਾਈਜ਼, A2 ਦਾ ਇੰਨਾ, A3 ਦਾ ਇੰਨਾ, A4 ਦਾ ਇੰਨਾ, A5 ਦਾ ਇੰਨਾ। ਟ੍ਰਿਮਡ ਸਾਈਜ਼ ਜ਼ਰੂਰ ਯਾਦ ਰੱਖਣੇ ਆ। ਠੀਕ ਹੈ। ਜੇ ਅਨਟ੍ਰਿਮਡ ਨਹੀਂ ਯਾਦ ਰਹਿੰਦੇ ਕੋਈ ਗੱਲ ਨਹੀਂ, ਟ੍ਰਿਮਡ ਸਾਈਜ਼ ਜ਼ਰੂਰ ਯਾਦ ਰੱਖਣਾ। ਪੇਪਰ 'ਚ ਆ ਜਾਂਦਾ ਵੀ A0 ਸਾਈਜ਼ ਦੀ ਡਰਾਇੰਗ ਕਿੰਨੇ mm ਦੀ ਹੁੰਦੀ ਹੈ। ਇਹ ਇੰਡੀਆ ਸਟੈਂਡਰਡ ਆਪਣਾ, ਜਾਂ ਉੱਥੇ ਲਿਖਿਆ ਆ ਜਾਂਦਾ ਪੇਪਰ ਦੇ ਵਿੱਚ 841 × 1199 mm ਦੀ ਸਾਈਜ਼ ਨੂੰ, ਡਰਾਇੰਗ ਸਾਈਜ਼ ਨੂੰ ਕਿਹੜਾ ਡਰਾਇੰਗ ਦਾ ਡੈਜ਼ਿਗਨੇਸ਼ਨ ਕੀ ਆ, ਤਾਂ ਉਹ ਹੈਗਾ A0। ਉਸ ਤਰ੍ਹਾਂ ਹੀ ਆ ਜਾਂਦਾ 210 × 297 ਦੇ ਟ੍ਰਿਮਡ ਸਾਈਜ਼ ਸ਼ੀਟ ਦਾ ਡੈਜ਼ਿਗਨੇਸ਼ਨ ਕੀ ਆ, ਉਹ ਹੈਗਾ A4। ਇਹ ਤੁਸੀਂ ਯਾਦ ਰੱਖਣਾ। ਇੱਕ ਰਹੇਗਾ ਸੀ ਫ੍ਰੈਂਚ ਕਰਵਸ। ਇਹ ਕੀ ਹੁੰਦੀਆਂ ਨੇ, ਇੱਕ ਪਲਾਸਟਿਕ ਦੇ ਵਿੱਚ ਕਾਫੀ ਸਾਰੀਆਂ ਕਰਵਸ ਪਾਈਆਂ ਹੁੰਦੀਆਂ ਨੇ, ਕੱਟੀਆਂ ਹੁੰਦੀਆਂ ਨੇ। ਅਗਰ ਤੁਸੀਂ ਕਿਤੇ ਕੋਈ ਡਰਾਇੰਗ ਬਣਾ ਰਹੇ ਹੋ ਤੇ ਗਲਾਈ ਦੇਣੀ ਆ, ਤਾਂ ਉਹ ਤੁਸੀਂ ਇੱਥੋਂ ਫ੍ਰੈਂਚ ਕਰਵਸ ਦੀ ਮਦਦ ਨਾਲ ਤੁਸੀਂ ਇੱਥੋਂ ਗਲਾਈ ਦੇ ਸਕਦੇ ਹੋ। ਠੀਕ ਹੈ। ਇਹ ਹੁੰਦੀਆਂ ਫ੍ਰੈਂਚ ਕਰਵਸ। ਇਹਨਾਂ ਦਾ ਕੰਮ ਇਹੀ ਹੁੰਦਾ, ਇੱਕ ਪਲਾਸਟਿਕ ਦੇ ਪੀਸ ਦੇ ਵਿੱਚ ਇਹ ਕੱਟੀਆਂ ਹੁੰਦੀਆਂ ਨੇ, ਇੱਥੋਂ ਤੁਸੀਂ ਜਿਹੜੀ ਗਲਾਈ ਆ ਉਹ ਦੇ ਸਕਦੇ ਹੋ। ਉਸ ਤੋਂ ਬਾਅਦ ਆ ਜਾਂਦਾ ਸਕੇਲਸ, ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਸਟਾਰਟਿੰਗ ਗੱਲ ਕਰੀ ਸੀ। ਸਕੇਲ ਕੀ ਹੁੰਦੇ ਨੇ? ਇੰਜੀਨੀਅਰਿੰਗ ਡਰਾਇੰਗ ਬਣਾਉਂਦੇ ਸਮੇਂ ਆਬਜੈਕਟ ਦੀ ਮਾਇਸ਼ ਦੇ ਹਿਸਾਬ ਨਾਲ ਉਸ ਨੂੰ ਡਰਾਇੰਗ ਸ਼ੀਟ ਉੱਪਰ ਬਣਾਇਆ ਜਾਂਦਾ ਹੈ। ਸਕੇਲ ਆਮ ਤੌਰ 'ਤੇ ਸਟੀਲ, ਲੱਕੜ, ਪਲਾਸਟਿਕ, ਕਾਰਡਬੋਰਡ ਦੇ ਬਣੇ ਹੁੰਦੇ ਹਨ। ਸਕੇਲ ਦੀ ਸਹਾਇਤਾ ਨਾਲ ਅਸੀਂ ਆਸਾਨੀ ਨਾਲ ਕਿਸੇ ਵੀ ਆਬਜੈਕਟ ਨੂੰ ਐਨਾਲਾਈਜ਼ ਕਰਕੇ, ਰਿਡਿਊਸ ਕਰਕੇ ਬਣਾ ਸਕਦੇ ਹਾਂ। ਆਮ ਤੌਰ 'ਤੇ ਸਕੇਲ ਚਪਟੇ ਹੁੰਦੇ ਹਨ, ਪਰ ਕਈ ਵਾਰ ਪ੍ਰਿਜ਼ਮ ਸਕੇਲ ਦੇ ਵੀ ਸਕੇਲ ਹੁੰਦੇ ਹਨ। ਇਹਨਾਂ ਸਕੇਲਾਂ ਉੱਪਰ ਆਮ ਤੌਰ 'ਤੇ ਦੋਵੇਂ ਕਿਨਾਰਿਆਂ ਉੱਪਰ ਮਾਰਕਿੰਗ ਕੀਤੀ ਹੁੰਦੀ ਹੈ ਤੇ ਦੋਵੇਂ ਪਾਸੇ ਦੀ ਮਾਰਕਿੰਗ ਅਲੱਗ-ਅਲੱਗ ਸਕੇਲ ਵਿੱਚ ਹੁੰਦੀ ਹੈ। ਹੁਣ ਜੋ ਤੁਸੀਂ ਸੋਚ ਰਹੇ ਹੋ ਸਕੇਲ, ਤੁਸੀਂ ਜਿਹੜਾ ਸਕੇਲ ਦੇਖਿਆ ਹੁਣ ਤੱਕ IT 'ਚ ਦੇਖਿਆ, ਜਿਵੇਂ ਸਟੀਲ ਫਿੱਟ ਹੁੰਦਾ ਸਟੀਲ ਦਾ, ਜਾਂ ਤੁਸੀਂ ਘਰੇ ਯੂਜ਼ ਕਰਦੇ ਹੋ, ਉਹ ਸਾਰੇ ਫੁੱਲ ਸਾਈਜ਼ ਸਕੇਲ ਹੁੰਦੇ ਆ। ਫੁੱਲ ਸਾਈਜ਼ ਸਕੇਲ ਮਤਲਬ ਇੱਥੇ ਨੀਚੇ ਦੇਖੋ 1:1। ਜਿੰਨਾ ਤੁਸੀਂ ਉਹ 'ਤੇ ਮਿਣ ਕੇ ਬਣਾਉਣੇ, ਉਹਦਾ 1 ਸੈਂਟੀਮੀਟਰ ਬਣਾਇਆ ਤਾਂ ਤੁਸੀਂ ਸ਼ੀਟ ਦੇ ਉੱਪਰ ਵੀ 1 ਸੈਂਟੀਮੀਟਰ ਹੀ ਬਣਾ ਸਕੇ।
ਜੇ ਤੁਸੀਂ 10 ਸੈਂਟੀਮੀਟਰ ਦੀ ਲਾਈਨ ਮਾਰੀ ਤਾਂ ਸਮਝ ਲਓ ਸ਼ੀਟ ਤੇ ਵੀ 10 ਸੈਂਟੀਮੀਟਰ ਦੀ ਬਣ ਗਈ। ਹੁਣ ਹੁੰਦਾ ਕੀ ਆ, ਧਿਆਨ ਦੇਣ ਵਾਲੀ ਗੱਲ ਆ, ਕਈ ਵਾਰ ਕੀ ਹੁੰਦਾ, ਜਿਵੇਂ ਇੱਕ ਰੱਸਾ ਗਾ 20 ਫੁੱਟ ਦਾ ਰੱਸਾ, ਠੀਕ ਆ, ਤੁਸੀਂ ਉਹ ਰੱਸੇ ਦੀ ਡਰਾਇੰਗ ਬਣਾਉਣੀ ਆ, ਜਾਂ ਤੁਸੀਂ ਘਰ ਦਾ ਨਕਸ਼ਾ ਸਾਰਿਆਂ ਨੇ ਦੇਖਿਆ ਹੋਣਾ, ਜਦੋਂ ਘਰ ਦਾ ਨਕਸ਼ਾ ਬਣਾਉਣੇ ਆ ਉਹ ਇੱਕ ਪੇਪਰ ਦੇ ਉੱਪਰ ਬਣਿਆ ਹੁੰਦਾ ਛੋਟੇ ਜਿਹੇ 'ਤੇ, ਪਰ ਉਹ ਸਾਰੀਆਂ ਡਿਮੈਂਸ਼ਨਾਂ ਦਿੱਤੀਆਂ ਹੁੰਦੀਆਂ ਨੇ। ਹੁਣ ਘਰ ਦਾ ਐਡਾ ਵੱਡਾ ਘਰ ਤਾਂ ਪੇਪਰ ਦੇ ਉੱਪਰ ਬਣ ਨਹੀਂ ਸਕਦਾ, ਤਾਂ ਆਪਾਂ ਉਹਨੂੰ ਛੋਟਾ ਕਰਕੇ ਬਣਾਉਣੇ ਆ। ਛੋਟਾ ਕਰਕੇ ਮਤਲਬ ਮੰਨ ਲਓ ਆਪਾਂ ਨੇ 10 ਫੁੱਟ ਨੂੰ ਮੰਨ ਲਿਆ 2 ਸੈਂਟੀਮੀਟਰ, ਜਾਂ 1 ਫੁੱਟ ਨੂੰ 1 ਸੈਂਟੀਮੀਟਰ ਮੰਨ ਲਿਆ ਮੰਨ ਲਓ, ਤਾਂ ਹੁਣ ਆਪਾਂ ਨੇ ਬਣਾਇਆ 1 ਸੈਂਟੀਮੀਟਰ, ਪਰ ਆਪਾਂ ਮੰਨਣਾ ਕੀ ਆ ਵੀ ਇਹ 1 ਫੁੱਟ ਆ। ਜੇ 13 ਬਾਏ 13 ਦਾ ਰੂਮ ਆ ਤਾਂ ਆਪਾਂ ਨੇ 13 ਸੈਂਟੀਮੀਟਰ ਬਾਏ 13 ਸੈਂਟੀਮੀਟਰ ਦੀ ਲਾਈਨ ਮਾਰਨੀ ਹੈ ਚੌਰਸ, ਤਾਂ ਆਪਣਾ ਜਿਹੜਾ ਰੂਮ ਆ ਬਣ ਜਾਊਗਾ 13 ਬਾਏ 13 ਫੁੱਟ ਦਾ। ਤਾਂ ਆਪਾਂ ਸਾਈਜ਼ ਕੀ ਕਰ ਲਿਆ, ਛੋਟਾ ਕਰ ਲਿਆ, ਉਹਨੂੰ ਕਹਿੰਦੇ ਨੇ ਰਿਡਿਊਸਿੰਗ ਸਕੇਲ। ਹੁਣ ਇੱਕ ਸਪੋਜ਼ ਟੂ ਘੜੀ ਦੀ ਗਰਾਰੀ ਹੈਗੀ, ਘੜੀ ਦਾ ਗੇਅਰ ਆ ਛੋਟਾ ਜਿਹਾ ਗਰਾਰੀ, ਉਹਨੂੰ ਆਪਾਂ ਡਰਾਇੰਗ ਸ਼ੀਟ ਦੇ ਉੱਪਰ ਬਣਾਉਣਾ, ਉਹ ਤਾਂ ਬਹੁਤ ਛੋਟੀ ਬਣ ਜੂਗੀ, ਆਪਾਂ ਨੂੰ ਸਮਝ ਨਹੀਂ ਲੱਗਣਾ ਕੁਛ, ਤਾਂ ਫਿਰ ਉਹਨੂੰ ਆਪਾਂ ਵੱਡੀ ਕਰਕੇ ਬਣਾਉਣੇ ਆ। ਮਤਲਬ ਜਿਵੇਂ ਉਹਦਾ 1 mm ਦਾ ਸਾਈਜ਼ ਆ, ਤਾਂ ਉਹਨੂੰ ਆਪਾਂ 1 mm ਨੂੰ ਮੰਨ ਲੈਂਦੇ ਹਾਂ 1 ਸੈਂਟੀਮੀਟਰ, ਵੱਡਾ ਮੰਨ ਲਿਆ। ਤਾਂ ਅਗਰ ਆਪਾਂ ਉਹ 5 ਸੈਂਟੀਮੀਟਰ ਦੀ ਕੋਈ ਚੀਜ਼ ਹੈਗੀ, 5 ਮਿਲੀਮੀਟਰ ਦੀ ਚੀਜ਼ ਆ, ਤਾਂ ਆਪਾਂ ਡਰਾਇੰਗ ਦੇ ਉੱਪਰ ਬਣਾ ਲਈਓ 5 ਸੈਂਟੀਮੀਟਰ, ਤਾਂ ਜੋ ਆਪਾਂ ਉਹਦੀ ਪ੍ਰੋਪਰ ਡਰਾਇੰਗ ਬਣਾ ਸਕੀਏ। ਵੱਡਾ ਕਰਨ ਨੂੰ ਕਹਿੰਦੇ ਨੇ ਇਨਲਾਰਜਿੰਗ ਸਕੇਲ। ਫੁੱਲ ਸਾਈਜ਼ ਸਕੇਲ 'ਚ ਜਿੰਨਾ ਸਾਈਜ਼ ਹੋਊ ਉਨਾ ਹੀ ਬਣੂਗਾ, ਇਨਲਾਰਜਿੰਗ ਸਕੇਲ 'ਚ ਆਪਾਂ ਵੱਡਾ ਕਰਕੇ ਬਣਾਉਣੇ ਆ। ਜਿਵੇਂ ਇੱਥੇ ਹੈਗਾ 2:1, ਇਹਦਾ ਮਤਲਬ ਕੀ ਆਪਾਂ ਸਾਈਜ਼ ਦੁੱਗਣਾ ਕਰ ਲਿਆ। 10:1, ਇਹਦਾ ਮਤਲਬ ਕਿ ਇੱਥੇ ਕੀ ਆ, ਸਾਈਜ਼ ਆਪਾਂ ਨੇ 10 ਗੁਣਾ ਕਰ ਲਿਆ। ਜਿਹੜੀ ਡਰਾਇੰਗ ਤੇ ਬਣਾ ਰਹੇ ਆ ਉਹ 10 ਗੁਣਾ ਵੱਡੀ ਕਰਕੇ ਬਣਾ ਰਹੇ ਆ। 20:1, ਤਾਂ ਉਹ ਸਾਈਜ਼ ਦਾ ਜਿਹੜਾ ਆਪਾਂ ਡਰਾਇੰਗ ਦੇ ਉੱਪਰ ਸ਼ੀਟ ਬਣਾ ਰਹੇ ਆ ਉਹ 20 ਗੁਣਾ ਵੱਡੀ ਕਰਕੇ ਬਣਾ ਰਹੇ ਆ। ਜੇ 1 mm ਦੀ ਚੀਜ਼ ਆ ਉਹ, ਤਾਂ ਡਰਾਇੰਗ ਦੇ ਸ਼ੀਟ ਦੇ ਉੱਪਰ ਆਪਾਂ ਨੇ ਉਹ 20 mm ਦੀ ਬਣਾਈ। ਰਿਡਿਊਸਿੰਗ ਸਕੇਲ 'ਚ ਉਲਟਾ ਹੁੰਦਾ, ਆਪਾਂ ਛੋਟਾ ਕਰਕੇ ਬਣਾਉਣੇ ਆ। ਜਿਵੇਂ ਘਰ ਦਾ ਨਕਸ਼ਾ ਆਪਾਂ ਬਣਾ ਰਹੇ ਆ ਉਹ ਛੋਟਾ ਕਰਕੇ ਬਣਾਉਣੇ ਆ। 1:2 ਮਤਲਬ ਸਾਈਜ਼ ਅੱਧਾ ਕੀਤਾ। 1:10 10 ਗੁਣਾ ਛੋਟਾ ਕੀਤਾ, ਮਤਲਬ ਚੀਜ਼ 10 ਸੈਂਟੀਮੀਟਰ ਦੀ ਹੈ, ਠੀਕ ਹੈ, ਆਪਾਂ ਉਹਨੂੰ 1 ਸੈਂਟੀਮੀਟਰ ਬਣਾਇਆ 10 ਸੈਂਟੀਮੀਟਰ ਨੂੰ। 1:50 ਉਹਦਾ 50 ਗੁਣਾ ਛੋਟਾ ਕੀਤਾ। ਇਸ ਤਰ੍ਹਾਂ ਇਹ ਰਿਡਿਊਸਿੰਗ ਸਕੇਲ ਹੁੰਦਾ ਹੈ। ਇਹਦੀ ਕੋਈ ਯੂਨਿਟ ਨਹੀਂ ਹੁੰਦੀ ਹੈਗੀ, ਸਿਰਫ ਰੇਸ਼ੋ ਦੇ ਵਿੱਚ ਹੁੰਦਾ। ਉਮੀਦ ਕਰਦਾ ਤੁਹਾਨੂੰ ਇਹ ਸਕੇਲ ਸਮਝ ਲੱਗ ਗਿਆ ਹੋਣਾ। ਉਸ ਤੋਂ ਬਾਅਦ ਆ ਜਾਂਦਾ ਇਲੈਕਟ੍ਰੀਕਲ ਸਿੰਬਲਸ। ਇਹ ਵੀ ਐਗਜ਼ਾਮ ਦੇ ਵਿੱਚ ਤੁਹਾਨੂੰ ਆਉਂਦੇ ਨੇ, ਕਿਉਂਕਿ ਮੈਂ ਕਾਫੀ ਸਾਰੇ ਇਲੈਕਟ੍ਰੀਕਲ ਸਿੰਬਲਸ ਨੇ, ਮੈਂ ਸਾਰੇ ਨਹੀਂ ਬਣਾਏ, ਬਹੁਤ ਥੋੜੇ ਬਣਾਏ ਨੇ ਇੱਥੇ। ਤਾਂ ਤੁਸੀਂ ਜਿਹੜੇ ਮੇਨ ਨੇ ਉਹ ਮੈਂ ਇੱਥੇ ਕਵਰ ਕੀਤੇ ਆ, ਤੁਸੀਂ ਉਹ ਦੇਖ ਸਕਦੇ ਹੋ। ਜਿਵੇਂ ਬੈਟਰੀ ਉੱਪਰ ਪੋਜ਼ਿਟਿਵ ਟਰਮੀਨਲ ਹੁੰਦਾ ਉਹਨੂੰ ਪਲੱਸ ਲਿਖਿਆ ਜਾਂਦਾ, ਬੈਟਰੀ ਉੱਪਰ ਨੈਗੇਟਿਵ ਟਰਮੀਨਲ ਹੁੰਦਾ ਉਹਨੂੰ ਨੈਗੇਟਿਵ ਲਿਖਿਆ ਜਾਂਦਾ। DC ਕਰੰਟ ਨੂੰ ਸਿੱਧੀ ਲਾਈਨ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ, ਫੈਨ ਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾਂਦਾ। ਜਿਹੜਾ 3 ਪਿਨ ਪਲੱਗ ਹੁੰਦਾ, ਤੁਸੀਂ ਜਿਵੇਂ ਪ੍ਰੈਸ ਦਾ ਪਲੱਗ ਆ, ਉਹ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾਂਦਾ। ਉਸ ਤੋਂ ਬਾਅਦ ਕ੍ਰੋਸਡ ਵਾਇਰ, ਕਨੈਕਟਡ ਵਾਇਰ ਜੁਆਇੰਟ, ਕੰਡਕਟਰ ਵਾਇਰ, ਅਰਥ ਵਾਇਰ, ਅਰਥ ਗਰਾਊਂਡ, ਜਿਹੜਾ ਅਰਥ ਕਰਦੇ ਆਪਾਂ ਨੀਚੇ ਧਰਤੀ 'ਚ, ਉਹ ਇਸ ਤਰ੍ਹਾਂ। ਰੀਵਾਇਰੇਬਲ ਫਿਊਜ਼ ਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ। ਕਾਰਟੀਲੇਜ ਫਿਊਜ਼ ਇਸ ਤਰ੍ਹਾਂ ਕਰਦੇ ਹਾਂ। ਨਿਊਟਰਲ ਕਲੋਜ਼ ਲਾਈਨ, ਲੈਂਪ ਜਾਂ ਬੱਲਬ ਨੂੰ ਇਸ ਤਰ੍ਹਾਂ ਡਿਨੋਟ ਕਰਦੇ ਹਾਂ। 2 ਪਿਨ ਸੌਕਟ ਨੂੰ ਇਸ ਤਰ੍ਹਾਂ ਕਰਦੇ ਹਾਂ, ਠੀਕ ਹੈ। ਇਹ ਥੋੜ੍ਹੇ ਇਲੈਕਟ੍ਰੀਕਲ ਸਿੰਬਲ ਨੇ, ਤੁਸੀਂ ਦੇਖ ਸਕਦੇ ਹੋ ਇੱਥੇ ਜੋ ਮੈਂ ਕਵਰ ਕੀਤੇ ਆ। ਜੋ ਐਗਜ਼ਾਮ 'ਚ ਇਹਨਾਂ ਵਿੱਚੋਂ 5-4 ਸਿੰਬਲ ਨੇ ਉਹ ਹਰ ਵਾਰੀ ਆਉਂਦੇ ਨੇ, ਮੈਂ ਇੱਥੇ ਮੇਨ ਕਵਰ ਕੀਤੇ ਆ, ਅਤੇ ਕਾਫੀ ਸਾਰੇ ਨੇ, ਤੁਸੀਂ ਬੁੱਕ ਦੇ ਉੱਪਰ ਦੇਖ ਸਕਦੇ ਹੋ, ਯਾਦ ਰੱਖ ਸਕਦੇ ਹੋ। 3 ਪਿਨ ਸੌਕਟ, 2 ਪਿਨ ਪਲੱਗ, ਇਲੈਕਟ੍ਰੀਕਲ ਬੈਲ, ਇਲੈਕਟ੍ਰੀਕਲ ਬਜ਼ਰ, 2 ਪਲੇਟ ਸੀਲਿੰਗ ਰੋਜ਼, 3 ਫੇਜ਼ ਸੀਲਿੰਗ ਰੋਜ਼, ਮਾਈਕ, ਸਾਇਰਨ, ਲਾਊਡ ਸਪੀਕਰ, ਹੈੱਡਫੋਨ, ਇਹ ਸਾਰੀਆਂ ਸੀਗੇ ਤੁਹਾਡੇ ਇਲੈਕਟ੍ਰੀਕਲ ਸਿੰਬਲ ਸੀਗੇ। ਉਸ ਤੋਂ ਬਾਅਦ ਆਉਂਦੇ ਲਾਈਨਸ। ਇਹ ਵੀ ਬਹੁਤ ਇੰਪੋਰਟੈਂਟ ਆ, ਹਰ ਵਾਰ ਐਗਜ਼ਾਮ 'ਚ ਆਉਂਦੇ ਨੇ ਵੀ ਤੁਸੀਂ ਲਾਈਨਸ ਕਿਸ ਪ੍ਰਕਾਰ ਦੀਆਂ ਲਾਈਨਸ ਹੁੰਦੀਆਂ ਨੇ। ਇੰਜੀਨੀਅਰਿੰਗ ਡਰਾਇੰਗ ਵਿੱਚ ਲਾਈਨਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਸਹੀ ਅਤੇ ਸ਼ੁੱਧ ਡਰਾਇੰਗ ਬਣਾਉਣ ਲਈ ਵੱਖ-ਵੱਖ ਪ੍ਰਕਾਰ ਦੀਆਂ ਲਾਈਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਭਾਰਤੀ ਮਾਨਕ ਸੰਸਥਾਨ ਦੇ ਅਨੁਸਾਰ ਲਾਈਨਾਂ ਹੇਠ ਦਿੱਤੇ ਪ੍ਰਕਾਰ ਹੁੰਦੀਆਂ ਹਨ। ਸਭ ਤੋਂ ਪਹਿਲਾਂ ਆਉਂਦੀ ਹੈ ਆਊਟਲਾਈਨ ਜਾਂ ਆਬਜੈਕਟ ਲਾਈਨ। ਕਿਸੇ ਵੀ ਡਰਾਇੰਗ ਦੀ ਬਾਹਰੀ ਸੀਮਾ ਰੇਖਾ ਅਤੇ ਸਿਰਿਆਂ ਆਦਿ ਨੂੰ ਦਿਖਾਉਣ ਲਈ ਆਊਟਲਾਈਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਲਾਈਨਾਂ ਮੋਟੀਆਂ ਹੁੰਦੀਆਂ ਹਨ ਅਤੇ ਡਰਾਇੰਗ ਵਿੱਚ ਉੱਭਰ ਕੇ ਆਉਂਦੀਆਂ ਹਨ। ਜਿਵੇਂ ਤੁਸੀਂ ਘਰ ਬਣਾਇਆ ਸ਼ੀਟ ਦੇ ਉੱਪਰ, ਜਿਹੜੀ ਦੀ ਬਾਹਰਲੀ ਲਾਈਨ ਆ, ਬਾਹਰੋਂ ਸਾਰੀ, ਉਹਨੂੰ ਆਊਟਲਾਈਨ ਕਹਿੰਦੇ ਆ, ਅਤੇ ਉਹ ਥਿਕ ਹੁੰਦੀ ਆ, ਥੋੜ੍ਹੀ ਮੋਟੀ ਹੁੰਦੀ ਆ ਐਜ਼ ਕੰਪੇਅਰ ਟੂ ਅਦਰ ਲਾਈਨ ਜਿਹੜੀ ਅੰਦਰ ਨੇ, ਉਹਨਾਂ ਦੇ ਕੰਪੈਰੀਜ਼ਨ ਉਹ ਹਲਕੀਆਂ ਹੁੰਦੀਆਂ ਨੇ। ਇਸ ਤਰ੍ਹਾਂ ਆਬਜੈਕਟ ਲਾਈਨ ਥੋੜ੍ਹੀ ਥਿਕ ਹੁੰਦੀ ਹੈ। ਉਸ ਤੋਂ ਹਿਡਨ ਲਾਈਨ, ਲੁਕੀਆਂ ਹੋਈਆਂ ਲਾਈਨਾਂ ਨੂੰ ਦਿਖਾਉਣ ਲਈ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਇਹਨਾਂ ਦੀ ਮੋਟਾਈ ਦਰਮਿਆਨੀ ਰੱਖੀ ਜਾਂਦੀ ਹੈ। ਇਹਨਾਂ ਨੂੰ ਡਾਟਡ ਲਾਈਨ ਵੀ ਕਿਹਾ ਜਾਂਦਾ ਹੈ। ਇਹ ਹਰੇਕ ਡੈਸ਼ ਦੀ ਲੰਬਾਈ 3 mm ਅਤੇ ਇਹਨਾਂ ਵਿੱਚ 1-1 mm ਦੀ ਦੂਰੀ ਹੁੰਦੀ ਹੈ। ਇਸ ਤਰ੍ਹਾਂ ਆਪਾਂ ਹਿਡਨ ਲਾਈਨ ਬਣਾਉਣੀ ਆ ਵਾਲੀ 3 mm ਦੀ ਹੁੰਦੀ ਹੈ ਇੱਕ ਡੈਸ਼ ਤੇ ਵਿੱਚ 1-1 mm ਦਾ ਗੈਪ, ਤੁਸੀਂ ਇਹ ਡੈਸ਼ ਲਗਾਉਣੀ ਆ। ਹੁਣ ਹੁੰਦੀ ਕਿੱਥੇ, ਕਾਹਦੇ ਵਾਸਤੇ ਕੰਮ ਆਉਂਦੀ ਆ? ਮੰਨ ਲਓ ਇੱਕ ਪੈਨ ਪਿਆ ਗਾ, ਤੁਸੀਂ ਪੈਨ ਦੇ ਉੱਪਰ ਇੱਕ ਕਾਪੀ ਰੱਖਦੀ, ਜੋ ਹੁਣ ਦੇ ਉੱਪਰੋਂ ਦੇਖੋਗੇ ਤੁਹਾਨੂੰ ਕਾਪੀ ਤਾਂ ਦਿਖੂਗੀ ਬਟ ਪੈਨ ਨਹੀਂ ਦਿਖਣਾ, ਕਿਉਂਕਿ ਨੀਚੇ ਕਵਰ ਹੋ ਗਿਆ, ਕਾਪੀ ਦੇ ਨੀਚੇ ਆ ਗਿਆ। ਪਰ ਉਹ ਪੈਨ ਹੈਗਾ ਤਾਂ ਹੈਗਾ, ਉੱਥੇ ਮੌਜੂਦ ਤਾਂ ਹੈਗਾ। ਤਾਂ ਤੁਸੀਂ ਕਰੋਗੇ ਉਹ ਪੈਨ ਨੂੰ ਦਿਖਾਉਣ ਲਈ ਹਿਡਨ ਲਾਈਨ ਦਾ ਪ੍ਰਯੋਗ ਕਰੋਗੇ। ਜਿਸ ਤਰ੍ਹਾਂ ਬਲੂ ਕਲਰ ਦੀ ਕਾਪੀ ਹੈਗੀ, ਇਹ ਨੀਚੇ ਤੇ ਪੈਨ ਪਿਆ ਗਾ ਕੋਈ, ਤਾਂ ਇੱਥੇ ਮੈਂ ਹਿਡਨ ਲਾਈਨਸ ਲਗਾ ਲਈਆਂ। ਇਹ ਹਿਡਨ ਲਾਈਨਸ ਕੀ ਸ਼ੋਅ ਕਰ ਰਹੀਆਂ ਨੇ ਵੀ ਪੈਨ ਹੈਗਾ, ਕੋਈ ਚੀਜ਼ ਪਈ ਆ ਜਿਹੜਾ ਇਸ ਤਰ੍ਹਾਂ ਦੀ ਸ਼ੇਪ ਦੀ ਆ, ਉਹ ਕਾਪੀ ਦੇ ਨੀਚੇ ਆ, ਦਿਖ ਨਹੀਂ ਰਹੀ। ਜੇ ਉੱਪਰ ਪਈ ਹੁੰਦੀ ਫਿਰ ਤਾਂ ਉੱਪਰ ਪੈਨ ਨਹੀਂ ਬਣਾ ਦੇਣਾ ਸੀ, ਇੱਦਾਂ ਥਿੱਕ ਲਾਈਨ ਲਾ ਕੇ ਪੈਨ ਬਣਾ ਦੇਣਾ ਸੀ। ਪਰ ਉਹ ਪੈਨ ਨੀਚੇ ਹੈਗਾ, ਕਾਪੀ ਦੇ ਨੀਚੇ ਦਿਖ ਨਹੀਂ ਰਿਹਾ, ਹਿਡਨ ਹੈਗਾ। ਤਾਂ ਕਰਕੇ ਉਹਨੂੰ ਦਿਖਾਉਣ ਦੇ ਲਈ, ਹਿਡਨ ਪਾਰਟ ਨੂੰ ਦਿਖਾਉਣ ਦੇ ਲਈ ਮੈਂ ਇੱਥੇ ਡਾਟਡ ਲਾਈਨਸ ਲਾਈਆਂ। ਇੱਥੋਂ ਪਤਾ ਲੱਗ ਜਾਂਦਾ ਵੀ ਇਹਦੇ ਨੀਚੇ ਕੋਈ ਚੀਜ਼ ਹੈਗੀ ਆ ਜਿਹੜੀ ਇਸ ਤਰ੍ਹਾਂ ਸ਼ੇਪ ਦੀ ਹੈਗੀ, ਵੀ ਹਿਡਨ ਸ਼ੇਪ ਆ। ਹਿਡਨ ਲਾਈਨ ਤਾਂ ਸ਼ੋਅ ਕਰਦੇ ਆਪਾਂ ਜੇ ਕੋਈ ਪਾਰਟ ਆਪਾਂ ਨੂੰ ਨਹੀਂ ਦਿਖਦਾ ਪਰ ਉਹ ਮੌਜੂਦ ਆ। ਉਸ ਤੋਂ ਬਾਅਦ ਆਉਂਦਾ ਸੈਂਟਰ ਲਾਈਨ। ਸੈਂਟਰ ਲਾਈਨ ਕੀ ਹੁੰਦੀ ਹੈ? ਹਮੇਸ਼ਾ ਸੈਂਟਰ ਦੇ ਡਰਾਇੰਗ ਦੇ ਵਿਚਕਾਰ ਖਿੱਚੀ ਹੋਈ ਲਾਈਨ ਨੂੰ ਸੈਂਟਰ ਲਾਈਨ ਕਹਿੰਦੇ ਹਨ। ਇਹ ਲਾਈਨ ਡਰਾਇੰਗ ਵਿੱਚ ਸੁਰਾਖ ਅਤੇ ਝਿਰੀ ਆਦਿ ਦੀ ਸਥਿਤੀ ਨੂੰ ਦਰਸਾਉਣ ਲਈ ਪ੍ਰਯੋਗ ਕੀਤੀ ਜਾਂਦੀ ਹੈ। ਜਿੱਥੇ ਹੋਲ ਆ ਗਈ ਜਾਂ ਕੋਈ ਸਲੌਟ ਕੱਟਿਆ ਹੋਇਆ, ਉਹਨੂੰ ਦਰਸਾਉਣ ਲਈ ਇਹਦਾ ਪ੍ਰਯੋਗ ਕੀਤਾ ਜਾਂਦਾ। ਇਹ ਹਮੇਸ਼ਾ ਉਸ ਦੇ ਸੈਂਟਰ ਵਿੱਚ ਦੀ ਹੀ ਪਾਸ ਹੁੰਦੀ ਹੈ। ਇਹ ਹੁੰਦੀ ਕਿਦਾਂ? ਇੱਕ ਵੱਡੀ ਲਾਈਨ, ਇੱਕ ਛੋਟੀ ਲਾਈਨ, ਇੱਕ ਵੱਡੀ ਲਾਈਨ, ਇੱਕ ਛੋਟੀ ਲਾਈਨ, ਇੱਕ ਵੱਡੀ ਲਾਈਨ, ਇੱਕ ਛੋਟੀ ਲਾਈਨ। ਇਸ ਤਰ੍ਹਾਂ ਇਹਨੂੰ ਨੋਟ ਕੀਤਾ ਜਾਂਦਾ ਸੈਂਟਰ ਲਾਈਨ ਨੂੰ। ਤੁਸੀਂ ਆਮ ਤੌਰ 'ਤੇ ਫਿਲਮ 'ਚ ਦੇਖਦੇ ਹੋਵੋਗੇ, ਜਦੋਂ ਕੋਈ ਦੂਰੋਂ ਖੜਾ ਸਨਾਈਪਰ ਬੰਦੂਕ ਨਾਲ ਗੋਲੀ ਵਗੈਰਾ ਮਾਰਦਾ ਗਾ, ਆ ਨੀਚੇ ਇਹੋ ਜਿਹਾ ਸਿੰਬਲ ਆਉਂਦਾ ਬੰਦੂਕ ਦੇ ਵਿੱਚ, ਠੀਕ ਹੈ। ਉਹ ਕੀ ਕਰ ਰਿਹਾ? ਧਿਆਨ ਦਿਓ, ਸੈਂਟਰ ਲਾਈਨ ਹੀ ਜਾ ਰਹੀ ਹੈ, ਸੈਂਟਰ ਲਾਈਨ ਜਾ ਰਹੀ ਹੈ। ਵੱਡੀ ਲਾਈਨ, ਛੋਟੀ ਲਾਈਨ, ਵੱਡੀ ਲਾਈਨ, ਫਿਰ ਉੱਪਰੋਂ ਆ ਰਹੀ ਹੈ ਵੱਡੀ ਲਾਈਨ, ਛੋਟੀ ਲਾਈਨ, ਵੱਡੀ ਲਾਈਨ। ਇਹ ਸੈਂਟਰ ਬਣ ਗਿਆ ਉਹਦਾ। ਕਿਸੇ ਚੀਜ਼ ਦਾ ਸੈਂਟਰ ਦਰਸਾਉਣਾ ਹੋਵੇ ਜਾਂ ਸੈਂਟਰ ਪਾਰਟ ਦਿਖਾਉਣਾ ਹੋਵੇ ਲਾਈਨ ਸ਼ੋਅ ਕਰਕੇ, ਤਾਂ ਉੱਥੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਸੈਂਟਰ ਜਾਂ ਲੋਕਸ ਲਾਈਨ ਦੀ, ਕਿਸੇ ਚੀਜ਼ ਦਾ ਸੈਂਟਰ ਫਾਈਂਡ ਆਊਟ ਕਰਨ ਲਈ। ਜਿਵੇਂ ਤੁਹਾਨੂੰ ਐਗਜ਼ਾਮਪਲ ਦਿੱਤਾ, ਉਦਾਹਰਨ ਦੇ ਤੌਰ 'ਤੇ ਦੱਸਿਆ ਵੀ ਮੂਵੀਜ਼ ਜਦੋਂ ਕੋਈ ਦੂਰੋਂ ਗੋਲੀ ਚਲਾਉਂਦਾ ਗਾ, ਉਹ ਆਮ ਤੌਰ 'ਤੇ ਇਹੋ ਜਿਹਾ ਸਿੰਬਲ ਦਿਖਾਉਂਦੇ ਨੇ, ਠੀਕ ਹੈ। ਉਹ ਸੈਂਟਰ ਹੀ ਸ਼ੋਅ ਕਰ ਰਿਹਾ ਹੁੰਦਾ, ਸੈਂਟਰ ਲਾਈਨ ਨਿਕਲ ਰਹੀ ਹੁੰਦੀ ਹੈ। ਉਸ ਤਰ੍ਹਾਂ ਹੀ ਸੈਂਟਰ ਲਾਈਨ ਹੁੰਦੀ ਹੈ, ਜਿਹੜੀ ਕਿ ਇੱਕ ਵੱਡੀ ਲਾਈਨ ਤੇ ਛੋਟੀ ਲਾਈਨ ਨਾਲ ਡਿਨੋਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕੰਸਟਰਕਸ਼ਨ ਲਾਈਨਸ। ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਕਿਹਾ ਸੀ, ਅਗਰ ਤੁਸੀਂ ਘਰ ਦੀ ਸ਼ੇਪ ਬਣਾਈ ਆ ਡਰਾਇੰਗ ਸ਼ੀਟ ਦੇ ਉੱਪਰ, ਜਿਹੜੀ ਬਾਰ-ਬਾਰ ਲਾਈਨ ਆ ਇਕੱਲੀ, ਜਿਵੇਂ ਇੱਥੇ ਐਗਜ਼ਾਮਪਲ ਦੇ ਤੌਰ 'ਤੇ ਲੈ ਲਓ, ਜਿਹੜਾ ਬਾਕਸ ਬਣੇ ਹੋਏ ਨੇ, ਜਿਹੜੀ ਬਾਹਰੀਆਂ ਲਾਈਨਾਂ ਨੇ ਦੇਖੋ ਇਹ ਥਿੱਕ ਨੇ, ਜਿਹੜੀ ਅੰਦਰ ਆਹ ਲਾਈਨ ਲੱਗੀ ਆ ਜਾਂ ਆਹ ਲਾਈਨ ਲੱਗੀ ਆ ਇਹ ਥਿਨ ਨੇ। ਇਹ ਕੰਸਟਰਕਸ਼ਨ ਲਾਈਨਸ ਨੇ ਅੰਦਰ ਵਾਲੀਆਂ। ਜਿਹੜੀ ਬਾਹਰਲੀ ਲਾਈਨ ਆ ਉਹ ਆਬਜੈਕਟ ਲਾਈਨ ਆ, ਤਾਂ ਜੋ ਤੁਹਾਨੂੰ ਦਿਖ ਜਾਏਗੀ। ਉਸ ਤੋਂ ਬਾਅਦ ਹੈ ਡਿਮੈਂਸ਼ਨ ਲਾਈਨ। ਡਿਮੈਂਸ਼ਨ ਲਾਈਨ ਕੀ ਹੁੰਦੀ ਆ? ਕਿਸੇ ਚੀਜ਼ ਦੀ ਡਿਮੈਂਸ਼ਨ ਦਰਸਾਉਣ ਵਾਸਤੇ। ਇਹ ਲਾਈਨਾਂ ਆਬਜੈਕਟ ਲਾਈਨ ਤੋਂ ਥੋੜੀ ਦੂਰੀ ਤੇ ਖਿੱਚੀਆਂ, ਸਮਾਨਾਂਤਰ ਖਿੱਚੀਆਂ ਹੁੰਦੀਆਂ ਹਨ। ਇਹਨਾਂ ਦੇ ਦੋਵੇਂ ਪਾਸੇ ਐਰੋ ਹੈਡ ਲੱਗੇ ਹੁੰਦੇ ਹਨ। ਡਿਮੈਂਸ਼ਨ ਲਾਈਨ ਕੀ ਹੁੰਦੀ ਹੈ? ਇਸ ਤਰ੍ਹਾਂ ਦੀ, ਦੋਨੇ ਪਾਸੇ ਦੇ ਐਰੋ ਹੈਡ ਲੱਗੇ ਨੇ। ਮੰਨ ਲਓ ਆਹ ਕੋਈ ਪੀਸ ਹੈਗਾ ਜਿਹੜਾ 84 mm ਦਾ ਪੀਸ ਹੈ। ਹੁਣ ਆਪਾਂ ਨੂੰ ਨਹੀਂ ਪਤਾ ਇਹ 84 ਦਾ, ਤਾਂ ਆਪਾਂ ਨੇ ਇਹਦੀ ਡਿਮੈਂਸ਼ਨ ਦਿਖਾਉਣੀ ਆ। ਆਪਾਂ ਨੇ ਡਿਮੈਂਸ਼ਨ ਲਾਈਨ ਲਾਈ, ਵਿੱਚ ਲਿਖਤਾ ਕੱਟ ਕੇ 84, ਤਾਂ ਆਪਾਂ ਨੂੰ ਪਤਾ ਲੱਗ ਜੂ ਵੀ 84 mm ਦਾ ਇਹਦਾ ਸਾਈਜ਼ ਆ। ਇਸ ਲਾਈਨ ਨੂੰ ਕਹਿੰਦੇ ਨੇ ਡਿਮੈਂਸ਼ਨ ਲਾਈਨ। ਦੋਨੇ ਪਾਸੇ ਦੇ ਐਰੋ ਹੈਡ ਲੱਗੇ ਹੁੰਦੇ ਨੇ, ਤੇ ਐਰੋ ਹੈਡ ਦੇ ਅੱਗੇ ਦੋ ਲਾਈਨਾਂ ਲੱਗੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਐਕਸਟੈਂਸ਼ਨ ਲਾਈਨ। ਐਕਸਟੈਂਸ਼ਨ ਲਾਈਨ ਇਹ ਆਬਜੈਕਟ ਲਾਈਨ ਦੀ ਸੇਧ ਵਿੱਚ ਖਿੱਚੀਆਂ ਜਾਂਦੀਆਂ ਹੁੰਦੀਆਂ ਹਨ। ਇਹਨਾਂ ਦੇ ਅੱਗੇ ਇਹਨਾਂ ਦੇ ਐਰੋ ਹੈਡ ਮਿਲਦੇ ਹਨ। ਇੱਥੇ ਜਾ ਕੇ ਤੁਹਾਡੇ ਐਰੋ ਹੈਡ ਮਿਲਦੇ ਨੇ। ਇਹ ਐਕਸਟੈਂਸ਼ਨ ਲਾਈਨ ਹੁੰਦੀ ਹੈ, ਇਹ ਵਾਲੀ ਤੁਹਾਡੀ ਡਿਮੈਂਸ਼ਨ ਲਾਈਨ ਹੁੰਦੀ ਹੈ। ਤਾਂ ਤੁਹਾਨੂੰ ਪੇਪਰ 'ਚ ਆਉਂਦਾ ਡਰਾ ਦਾ ਕਨਵੈਂਸ਼ਨ ਐਂਡ ਸਿੰਬਲ ਆਫ ਡਿਮੈਂਸ਼ਨ ਲਾਈਨ, ਤਾਂ ਤੁਸੀਂ ਇਸ ਤਰ੍ਹਾਂ ਇਹ ਲਾਈਨ ਡਰਾ ਕਰ ਦੇਣੀ ਹੈ ਐਰੋ ਲਾ ਕੇ, ਥਿਨ, ਤੇ ਨੀਚੇ ਲਿਖ ਦੇਣਾ ਜੋ ਵੀ ਡਿਮੈਂਸ਼ਨ 110, 120 ਕੁਝ ਵੀ ਲਿਖ ਸਕਦੇ। ਜਿੰਨੀ ਤੁਸੀਂ ਲਾਈਨ ਬਣਾਓਗੇ ਉਨੀ ਡਿਮੈਂਸ਼ਨ ਲਿਖ ਦੇਣੀ ਹੈ। ਉਸ ਤੋਂ ਬਾਅਦ ਸ਼ਾਰਟ ਬ੍ਰੇਕ ਲਾਈਨ। ਛੋਟੀ ਲੰਬਾਈ ਦੇ ਬ੍ਰੇਕ ਨੂੰ ਦਿਖਾਉਣ ਲਈ ਖਿੱਚੀ ਗਈ ਸੱਪ ਦੇ ਆਕਾਰ ਵਾਲੀ ਪਤਲੀ ਹੱਥ ਮੁਕਤ ਲਾਈਨ ਸ਼ਾਰਟ ਬ੍ਰੇਕ ਲਾਈਨ ਹੁੰਦੀ ਹੈ। ਜਿਵੇਂ ਸੱਪ ਹੁੰਦਾ ਉਸ ਤਰ੍ਹਾਂ ਦੀ ਲਾਈਨ ਹੁੰਦੀ ਹੈ, ਹੱਥ ਨਾਲ ਖਿੱਚਣੀ ਹੁੰਦੀ ਹੈ, ਐਵੇਂ ਸ਼ਾਰਟ ਬ੍ਰੇਕ ਲਾਈਨ। ਇਹਦਾ ਕੀ ਮਤਲਬ ਹੁੰਦਾ? ਮੰਨ ਲਓ ਤੁਸੀਂ ਇੱਕ 20 ਫੁੱਟ ਦਾ ਰੱਸਾ ਗਾ, ਤੁਸੀਂ ਉਹ ਡਰਾਇੰਗ ਸ਼ੀਟ ਦੇ ਉੱਪਰ ਬਣਾਉਣਾ। ਹੁਣ 20 ਫੁੱਟ ਤਾਂ ਡਰਾਇੰਗ ਸ਼ੀਟ ਦੇ ਉੱਪਰ ਬਣੂਗਾ ਨਹੀਂ, ਪਰ ਮੋਟਾ ਸਾਰਾ 10 mm ਜਾਂ 15 mm ਦਾ ਹੋਊਗਾ, ਜਾਂ 20 mm ਦਾ ਵੱਧ ਤੋਂ ਵੱਧ, ਜਾਂ 40 ਦਾ ਹੋਊਗਾ। ਤਾਂ 40 mm ਜਾਂ 20 mm ਤਾਂ ਬਣ ਜਾਊਗਾ। ਮੰਨ ਲਓ ਇੱਕ ਰੱਸਾ ਦੀ ਮੋਟਾਈ ਹੈਗੀ ਆ 20 mm
ਤੇ ਲੰਬਾਈ ਹੈਗੀ 20 ਫੁੱਟ। ਹੁਣ 20 mm ਤਾਂ ਬਣ ਜੂਗਾ ਸ਼ੀਟ ਦੇ ਉੱਪਰ, ਪਰ 20 ਫੁੱਟ ਨਹੀਂ ਬਣਨਾ। ਤਾਂ 20 ਫੁੱਟ ਨਹੀਂ ਆਪਾਂ ਬਣਾਉਣਾ ਨਹੀਂ ਹੈਗਾ, ਆਪਾਂ ਸਿਰਫ ਉਹਨੂੰ ਇਸ ਤਰ੍ਹਾਂ ਬਣਾ ਦੇਣਾ ਤੇ ਵਿਚਾਲੇ 2 ਬ੍ਰੇਕ ਪਾ ਦੇਣੇ, ਸ਼ਾਰਟ ਬ੍ਰੇਕ। ਐਵੇਂ ਆਹ ਸੱਪ ਦੇ ਆਕਾਰ ਵਾਲੀ ਹੱਥ ਨਾਲ ਬ੍ਰੇਕ ਪਾਣੀ ਆ ਤੇ ਇੱਥੇ ਲਿਖ ਦੇਣਾ ਆਪਾਂ ਨੇ 20 ਫੁੱਟ, ਵੀ ਆਪਾਂ ਨੂੰ ਪਤਾ ਲੱਗ ਜੂਗਾ। ਕਿਉਂਕਿ ਜੇ ਤਾਂ ਆਪਾਂ ਲਿਖਤਾ 20 ਫੁੱਟ ਤਾਂ ਦੇਖਣ ਲੱਗੂਗਾ ਵੀ 20 ਫੁੱਟ ਤਾਂ ਹੈ ਨਹੀਂ, ਇਹ ਤਾਂ ਛੋਟਾ ਹੈਗਾ। ਜਦੋਂ ਸ਼ਾਰਟ ਬ੍ਰੇਕ ਪਾਈ ਹੋਊ ਤਾਂ ਆਪੀ ਇੰਜੀਨੀਅਰ ਜਿਹੜਾ ਹੋਊਗਾ ਡਰਾਇੰਗ ਪੜ੍ਹਨ ਵਾਲਾ, ਉਹ ਸਮਝ ਜੂਗਾ ਵੀ ਇਹ 20 ਫੁੱਟ ਲੰਮਾ ਗਾ, ਵਿੱਚ ਸ਼ਾਰਟ ਬ੍ਰੇਕ ਪਾਈ ਹੋਈ ਹੈਗੀ। ਉਸ ਤਰ੍ਹਾਂ ਹੀ ਜਿਵੇਂ ਲੰਮੀ ਤਾਰ ਆ, ਜਿਵੇਂ ਕੋਈ ਵਾਇਰ ਆ ਗਈ, ਆਮ ਤੌਰ 'ਤੇ ਸੜਕਾਂ 'ਤੇ ਤਾਰਾਂ ਪਾਉਂਦੇ ਨੇ ਅੰਡਰਗਰਾਊਂਡ, ਉਹ ਦੇਖੋ ਇੱਕ ਪੂਰੇ ਚੱਕਰ ਦੇ ਵਿੱਚ ਲਿਪਟੀ ਹੁੰਦੀ ਹੈ, ਕਿੰਨੀਆਂ ਕਿੰਨੀਆਂ ਲੰਮੀਆਂ ਹੁੰਦੀਆਂ ਨੇ, ਉਹ ਕਿਲੋਮੀਟਰ ਦੀਆਂ ਹੁੰਦੀਆਂ ਨੇ। ਜਿੱਥੇ ਜ਼ਿਆਦਾ ਵੱਡੀ ਹੈ ਉੱਥੇ ਆਪਾਂ ਲੌਂਗ ਬ੍ਰੇਕ ਲਾਈਨ ਪਾਉਂਦੇ, ਉਹ ਇਸ ਤਰ੍ਹਾਂ ਪਾਉਂਦੇ ਨੇ ਲੌਂਗ ਬ੍ਰੇਕ ਲਾਈਨ। ਇਹ ਉੱਥੇ ਪਾਉਂਦੇ ਜਿੱਥੇ ਆਪਾਂ ਕੋਈ ਲੰਬਾਈ ਬਹੁਤ ਜ਼ਿਆਦਾ ਗਈ, ਜਿਵੇਂ ਤਾਰਾਂ ਦੀਆਂ ਹੋ ਗਈਆਂ। ਜਿੱਥੇ ਛੋਟੀ ਲੰਬਾਈ ਹੈ, ਜਿਵੇਂ ਰੱਸੇ ਹੋ ਗਏ, ਠੀਕ ਹੈ, ਜਾਂ ਕੋਈ ਛੋਟੀਆਂ ਤਾਰਾਂ ਹੋ ਗਈਆਂ, ਉੱਥੇ ਆਪਾਂ ਸ਼ਾਰਟ ਬ੍ਰੇਕ ਪਾਉਂਦੇ ਹਾਂ। ਸ਼ਾਰਟ ਬ੍ਰੇਕ ਜਾਂ ਲੌਂਗ ਬ੍ਰੇਕ ਪਾ ਕੇ ਆਪਾਂ ਪੂਰੀ ਡਾਇਮੈਂਸ਼ਨ ਲਿਖ ਦਿੰਦੇ ਹਾਂ 100 ਫੁੱਟ। ਤਾਂ ਸਮਝ ਜੂਗਾ ਵੀ ਸ਼ਾਰਟ ਬ੍ਰੇਕ ਪਾਈ ਹੋਈ ਹੈ, ਵੀ ਇਹ 100 ਫੁੱਟ ਹੈ। ਉਸ ਤਰ੍ਹਾਂ ਇਹਦਾ ਕਟਿੰਗ ਪਲੇਨ ਲਾਈਨ। ਕਟਿੰਗ ਪਲੇਨ ਲਾਈਨ ਕੀ ਹੁੰਦੀ ਹੈ? ਇਸ ਵਿੱਚ ਇੱਕ ਲੰਬੇ ਅਤੇ ਅੱਗੋਂ 2 ਛੋਟੇ ਡੈਸ਼ਾਂ ਨੂੰ ਬਰਾਬਰ ਦੂਰੀ 'ਤੇ ਰੱਖਿਆ ਜਾਂਦਾ ਹੈ ਅਤੇ ਲਾਈਨਾਂ ਦੇ ਦੋਵੇਂ ਸਿਰਿਆਂ 'ਤੇ ਮੋਟੇ ਡੈਸ਼ ਲਗਾਏ ਜਾਂਦੇ ਹਨ। ਇਹਨਾਂ ਮੋਟੇ ਡੈਸ਼ਾਂ ਦੇ ਹੇਠਾਂ ਤੀਰਾਂ ਦੇ ਨਿਸ਼ਾਨ ਲਗਾਏ ਜਾਂਦੇ ਹਨ। ਕਿਸੇ ਆਬਜੈਕਟ ਨੂੰ ਸੈਕਸ਼ਨ ਦੀ ਸਥਿਤੀ ਵਿੱਚ ਦਿਖਾਉਣ ਦੇ ਲਈ ਇਸ ਲਾਈਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਤੁਹਾਡੀ ਸੈਂਟਰ ਲਾਈਨ ਹੁੰਦੀ ਹੈ, ਇਹ ਉਸੇ ਤਰ੍ਹਾਂ ਹੀ ਹੁੰਦੀ ਹੈ, ਇੱਕ ਵੱਡੀ ਇੱਕ ਛੋਟੀ, ਇੱਕ ਵੱਡੀ ਇੱਕ ਛੋਟੀ। ਪਰ ਜਿਹੜੇ ਦੋਨੇ ਸਿਰੇ ਨੇ ਆਹ ਵਾਲੇ, ਸਿਰਫ ਤੁਸੀਂ A ਵਾਲੀ ਡਰਾ ਕਰਨੀ ਪੇਪਰ 'ਚ। ਇਹ B ਤੇ C ਵੀ ਹੁੰਦੀ ਹੈ, ਪਰ ਤੁਸੀਂ ਇਹ ਨਹੀਂ ਡਰਾ ਕਰਨੀ, ਸਿਰਫ A ਵਾਲੀ ਹੀ ਡਰਾ ਕਰਨੀ ਹੈ। ਜਿਹੜਾ ਆਹ ਪਾਰਟ ਨੇ, ਇਹ ਥੋੜੇ ਜਿਹੇ ਥਿੱਕ ਕਰ ਦੇਣੇ ਆ, ਇਹ ਹਲਕੇ ਰੱਖਣੇ ਆ। ਇਹ ਵਾਲੇ ਪਾਰਟ ਤੁਸੀਂ ਥਿੱਕ ਕਰ ਦੇਣੇ ਆ ਤੇ 2 ਇਹਦੇ ਐਰੋ ਲੱਗੇ ਹੁੰਦੇ ਨੇ। ਇਹ ਕਿੱਥੇ ਕੰਮ ਆਉਂਦਾ? ਮੰਨ ਲਓ ਆਪਾਂ ਕਿਸੇ ਪਾਰਟ ਨਟ ਹੈਗਾ, ਆਪਾਂ ਨੂੰ ਕੱਟ ਕੇ ਦੇਖਣਾ ਵੀ ਅੰਦਰੋਂ ਕਿਹੋ ਜਿਹਾ। ਤਾਂ ਜਿੱਥੋਂ ਆਪਾਂ ਨੇ ਕੱਟਣਾ ਹੈ, ਅੱਗੇ ਆਪਾਂ ਡਰਾਇੰਗ 'ਚ ਕਰਾਂਗੇ ਇਹ, ਜਿੱਥੋਂ ਆਪਾਂ ਨੇ ਕੱਟਣਾ ਹੈਗਾ ਤਾਂ ਉੱਥੋਂ ਆਪਾਂ ਨੇ ਕਟਿੰਗ ਪਲੇਨ ਲਾਈਨ ਲਗਾਉਣੀ ਆ, ਵੀ ਇੱਥੋਂ ਕੱਟ ਲਓ, ਕੱਟ ਕੇ ਦੇਖੋ ਤੁਹਾਨੂੰ ਕਿਵੇਂ ਦਿਖਦਾ ਅੰਦਰੋਂ। ਜਾਂ ਜਿਵੇਂ ਚਾਰਜਰ ਆ, ਤੁਹਾਨੂੰ ਨਹੀਂ ਪਤਾ ਜੀ ਚਾਰਜਰ ਦੇ ਅੰਦਰ ਕੀ ਕੁਛ ਆ, ਮੋਬਾਈਲ ਚਾਰਜਰ, ਤਾਂ ਉੱਥੋਂ ਜਿੱਥੋਂ ਦੀ ਕਟਿੰਗ ਪਲੇਨ ਲਾਈਨ ਲਗਾਵਾਂਗੇ ਉੱਥੋਂ ਆਪਾਂ ਉਹਨੂੰ ਕੱਟ ਲਾਂਗੇ। ਕੱਟਣਾ ਵੀ ਦਿਮਾਗ 'ਚ ਹੀ ਆ, ਵੀ ਅੰਦਰੋਂ ਫਿਰ ਦੇਖਣਾ ਅੰਦਰੋਂ ਕੀ ਦਿਖਦਾ, ਉੱਥੇ ਦੀ ਵਰਤੋਂ ਕੀਤੀ ਜਾਂਦੀ ਹੈ ਕਟਿੰਗ ਪਲੇਨ ਲਾਈਨ ਦੀ। ਡਿਟੋ ਲਾਈਨ ਕੀ ਹੁੰਦੀ ਹੈ? ਬਰਾਬਰ ਲੰਬਾਈ ਨੂੰ 2 ਡੈਸ਼ਾਂ ਵਿੱਚ ਬਰਾਬਰ ਦੂਰੀ 'ਤੇ ਰੱਖਿਆ ਜਾਂਦਾ ਹੈ। ਇਹਦਾ ਮਤਲਬ ਹੁੰਦਾ 2 ਡੈਸ਼ ਹੁੰਦੇ ਨੇ, 2 ਡੈਸ਼ ਲਾਈਆਂ, ਫਿਰ ਗੈਪ ਛੱਡਿਆ, ਫਿਰ 2 ਡੈਸ਼, ਫਿਰ ਗੈਪ। ਜਿੱਥੇ ਆਪਣਾ ਆਬਜੈਕਟ ਰਿਪੀਟ ਹੋ ਰਿਹਾ, ਜਿਵੇਂ 2 ਚੀਜ਼ਾਂ, 2 ਡਰਾਇੰਗ ਬਣਾਉਣੀਆਂ, ਦੋਨੇ ਸੇਮ ਨੇ, ਸ਼ੇਪ ਸੇਮ ਆ ਗਈ, ਉੱਥੇ ਮੈਂ ਬਣਾਉਂਦਾ ਨਹੀਂਗਾ, ਇੱਕ ਬਣਾ ਦੂੰਗਾ, ਦੂਜੀ ਮੈਂ ਡਿਟੋ ਲਾਈਨ ਲਾ ਦੂੰਗਾ ਵੀ ਇਹ ਡਿਟੋ ਆ ਗਈ, ਠੀਕ ਆ। ਉਹ ਡਰਾਇੰਗ ਵਾਲਾ ਸਮਝਿਓ, ਬਾਕੀ ਜਿਹੜੀ ਦੂਜੀ ਸ਼ੇਪ ਆ ਉਹ ਸੇਮ ਇਹਦੇ ਨਾਲ ਦੀ ਹੋਈ ਆ, ਪਰ ਇੱਥੇ ਹੈਗੀ ਆ ਸ਼ੇਪ 2 ਨੇ, ਹੈਗੀ ਪਰ ਹੈਗੀ ਸੇਮ ਆ। ਤਾਂ ਉਹਨੂੰ ਬਣਾਉਣ ਦੀ ਬਜਾਏ ਮੈਂ ਡਿਟੋ ਲਾਈਨ ਦਾ ਪ੍ਰਯੋਗ ਕਰੂੰਗਾ। ਉਸ ਤੋਂ ਬਾਅਦ ਟੈਲੀਗ੍ਰਾਫ ਤੇ ਟੈਲੀਫੋਨ ਲਾਈਨ। ਇਹ ਕੀ ਹੁੰਦਾ? ਇੱਕ ਡੈਸ਼, ਫਿਰ ਛੋਟੀ ਡਾਟ, ਫਿਰ ਡੈਸ਼, ਫਿਰ ਡਾਟ, ਫਿਰ ਡੈਸ਼, ਫਿਰ ਡਾਟ, ਇਸ ਤਰ੍ਹਾਂ ਬਣਾਈ ਜਾਂਦੀ ਹੈ। ਤੁਸੀਂ ਕਿਤੇ ਮੈਪ ਦੇਖੋਗੇ ਨਾ, ਕਿਤੇ ਸਕੂਲ 'ਚ ਲੱਗਿਆ ਜਾਂ ਨਕਸ਼ਾ ਖਰੀਦੋਗੇ ਦੁਕਾਨ ਤੋਂ, ਤਾਂ ਉੱਥੋਂ ਦੇਖੋਗੇ ਇਹ ਲੱਗੀਆਂ ਹੁੰਦੀਆਂ ਨੇ ਲਾਈਨਸ, ਤਾਂ ਇਹ ਸ਼ੋਅ ਕਰਦੇ ਨੇ ਵੀ ਇੱਥੋਂ ਬਿਜਲੀ ਦੀ ਲਾਈਨ ਲੰਘ ਰਹੀ ਹੈ, ਇੱਥੋਂ ਟੈਲੀਫੋਨ ਦੀ ਲਾਈਨ ਲੰਘ ਰਹੀ ਆ। ਉਹ ਚੀਜ਼ਾਂ ਦਰਸਾਉਣ ਦੇ ਲਈ ਆਪਾਂ ਇਹਨਾਂ ਦਾ ਪ੍ਰਯੋਗ ਕਰਦੇ ਹਾਂ। ਮੰਨ ਲਓ ਕਿ ਘਰ ਦਾ ਨਕਸ਼ਾ ਬਣਾਤਾ ਮੈਂ, ਠੀਕ ਹੈ, ਨਕਸ਼ਾ ਬਣਾ ਕੇ ਮੈਂ ਕਿਸੇ ਬੰਦੇ ਨੂੰ ਹੋਰ ਨੂੰ ਕੋਲ ਭੇਜਿਆ ਤੇ ਉੱਥੇ ਮੈਂ ਇਹ ਲਾਈਨ ਲਾਤੀ ਉੱਪਰ ਦੀ, ਤਾਂ ਉਹ ਬੰਦੇ ਨੂੰ ਪਤਾ ਲੱਗ ਜੂਗਾ ਵੀ ਇਹਦੇ ਉੱਪਰ ਦੀ ਬਿਜਲੀ ਦੀ ਲਾਈਨ ਲੰਘ ਰਹੀ ਹੈ, ਘਰ ਦੇ ਉੱਪਰ ਦੀ, ਜਿੱਥੇ ਘਰ ਬਣਨਾ ਉੱਥੋਂ ਦੀ ਬਿਜਲੀ ਲਾਈਨ ਵੀ ਲੰਘ ਰਹੀ ਹੈ, ਜਾਂ ਉੱਥੋਂ ਦੀ ਟੈਲੀਫੋਨ ਦੀ ਲਾਈਨ ਵੀ ਲੰਘ ਰਹੀ ਹੈ। ਉਹ ਕਲੀਅਰ ਹੋ ਜੂ ਬੰਦੇ ਨੂੰ, ਉੱਥੇ ਬੈਠੇ ਨੂੰ, ਬਿਨਾਂ ਵਿਜ਼ਿਟ ਕੀਤੇ ਉਹਨੂੰ ਪਤਾ ਲੱਗ ਜੂਗਾ ਵੀ ਉੱਥੇ ਟੈਲੀਫੋਨ ਦੀ ਤਾਰ ਜਾਂ ਟੈਲੀਗ੍ਰਾਫ ਦੀ ਤਾਰ ਜਾਂ ਬਿਜਲੀ ਦੀ ਤਾਰ ਉਹ ਲੰਘ ਰਹੀ ਹੈਗੀ, ਉੱਥੇ ਇਹਦੀ ਵਰਤੋਂ ਕੀਤੀ ਨੇ। ਇਹ ਤੁਸੀਂ 10 ਕਨਵੈਨਸ਼ਨ ਸਿੰਬਲ ਨੇ ਲਾਈਨਸ ਦੇ ਯਾਦ ਰੱਖਣਾ। ਪੇਪਰ 'ਚ ਇਹ ਆਉਂਦਾ ਡਰਾ ਦਾ ਟੈਲੀਫੋਨ ਲਾਈਨ, ਤਾਂ ਤੁਸੀਂ ਇਹ ਡਰਾ ਕਰਨੀ ਹੈ। ਡਰਾ ਦਾ ਆਬਜੈਕਟ ਲਾਈਨ ਉਹ ਡਰਾ ਕਰਨੀ ਹੈ, ਡਰਾ ਦਾ ਹਿਡਨ ਲਾਈਨ ਉਹ ਡਰਾ ਕਰਨੀ। ਉਸ ਤੋਂ ਬਾਅਦ ਆਉਂਦੇ ਨੇ ਤੁਸੀਂ ਟ੍ਰਾਇੰਗਲਸ। ਟ੍ਰਾਇੰਗਲ ਕੀ ਹੁੰਦੇ ਆ? 3 ਭੁਜਾਵਾਂ ਨੂੰ ਜੋੜ ਕੇ ਇੱਕ ਤ੍ਰਿਭੁਜ ਬਣਦਾ, ਜਿਨ੍ਹਾਂ ਦਾ ਅੰਦਰੂਨੀ ਕੋਨਾਂ ਦਾ ਜੋੜ 180 ਡਿਗਰੀ ਹੁੰਦਾ। ਟ੍ਰਾਇੰਗਲ ਦੇ ਐਂਗਲਾਂ ਜੋੜ ਕਿੰਨਾ ਹੁੰਦਾ? 180 ਡਿਗਰੀ। ਤਾਂ ਆਪਣੇ ਕੋਲ ਟ੍ਰਾਇੰਗਲਾਂ ਦੀ ਟਾਈਪ ਹੁੰਦੀ ਹੈ। ਸਭ ਤੋਂ ਪਹਿਲਾਂ ਸਕੇਲਨ ਟ੍ਰਾਇੰਗਲ। ਇਸ ਵਿੱਚ ਤਿੰਨੇ ਭੁਜਾਵਾਂ ਦੀ ਲੰਬਾਈ ਵੱਖ-ਵੱਖ ਹੁੰਦੀ ਹੈ। ਜਿੰਨੇ ਟ੍ਰਾਇੰਗਲ ਤਿੰਨੇ ਭੁਜਾਵਾਂ ਨੇ ਉਹਨਾਂ ਦੀ ਲੰਬਾਈ ਵੱਖ-ਵੱਖ ਹੁੰਦੀ ਹੈ, ਉਹਨਾਂ ਨੂੰ ਕਹਿੰਦੇ ਨੇ ਸਕੇਲਨ ਟ੍ਰਾਇੰਗਲ ਜਾਂ ਅਸਮਾਨ ਭੁਜਾ ਵਾਲੀ ਟ੍ਰਾਇੰਗਲ। ਫਿਰ ਇਹ ਸਮਬਾਹੂ ਤ੍ਰਿਭੁਜ, ਇਕੁਇਲੇਟਰਲ ਟ੍ਰਾਇੰਗਲ। ਇਹਨਾਂ ਵਿੱਚ ਤਿੰਨੋਂ ਭੁਜਾਵਾਂ ਬਰਾਬਰ ਹੁੰਦੀਆਂ ਨੇ
ਤੇ ਤਿੰਨੇ ਕੋਣ 60-60 ਐਂਗਲ ਦੇ ਹੁੰਦੇ ਨੇ। ਇੱਥੇ ਲਿਖਿਆ ਨਹੀਂ ਹੋਇਆ, ਤਿੰਨੇ ਕੋਣ 60 ਡਿਗਰੀ ਦੇ ਹੁੰਦੇ ਨੇ ਤੇ ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ ਨੇ। ਫਿਰ ਆਉਂਦਾ ਸਮ ਦੋ ਬਾਹੂ ਤ੍ਰੈਪੁਜ ਆਈਸੋਸਕੇਲ ਟ੍ਰਾਇੰਗਲ। ਇਸ ਵਿੱਚ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਤੇ ਦੋ ਐਂਗਲ ਬਰਾਬਰ ਹੁੰਦੇ ਨੇ। ਇਸ ਵਿੱਚ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਤੇ ਦੋ ਐਂਗਲ ਬਰਾਬਰ ਹੁੰਦੇ ਨੇ। ਫਿਰ ਆਉਂਦਾ ਨਿਊਨ ਕੋਣ ਤ੍ਰੈਪੁਜ ਅਕਿਊਟ ਐਂਗਲ ਟ੍ਰਾਇੰਗਲ। ਇਸ ਵਿੱਚ ਇੱਕ ਕੋਣ 90 ਤੋਂ ਘੱਟ ਹੁੰਦਾ। ਇੱਕ ਕੋਣ ਕੀ ਹੁੰਦਾ? 90 ਤੋਂ ਘੱਟ, ਠੀਕ ਹੈ। ਇੱਕ ਹੁੰਦਾ ਅਬਟਿਊਜ਼ ਐਂਗਲ ਟ੍ਰਾਇੰਗਲ ਅਧਿਕ ਕੋਣ ਤ੍ਰੈਪੁਜ। ਇਸ ਵਿੱਚ ਇੱਕ ਕੋਣ 90 ਤੋਂ ਵੱਧ ਹੁੰਦਾ। ਇੱਕ ਕੋਣ ਜਿਸ 'ਚ 90 ਤੋਂ ਵੱਧ ਹੋਊਗਾ ਉਹਨੂੰ ਆਪਾਂ ਕਹਿੰਦੇ ਆ ਅਬਟਿਊਜ਼ ਐਂਗਲ ਟ੍ਰਾਇੰਗਲ। ਸਮਕੋਣ ਤ੍ਰੈਪੁਜ ਜਿਸ ਵਿੱਚ ਇੱਕ ਐਂਗਲ 90 ਡਿਗਰੀ ਦਾ ਹੋਊਗਾ ਉਹਨੂੰ ਆਪਾਂ ਕਹਿੰਦੇ ਨੇ ਰਾਈਟ ਐਂਗਲ ਟ੍ਰਾਇੰਗਲ। ਇੱਥੇ ਮੈਂ ਬਣਾਏ ਹੋਏ ਨੇ, ਇਹ ਸਕੇਲਨ ਟ੍ਰਾਇੰਗਲ ਨੇ। ਇਸ ਦੇ ਵਿੱਚ ਕਿ ਤਿੰਨੇ ਸਾਈਡਾਂ ਅਲੱਗ-ਅਲੱਗ ਨੇ, ਤੁਸੀਂ ਦੇਖ ਰਹੇ ਹੋ AB BC ਤੇ AC ਤਿੰਨੇ ਅਲੱਗ-ਅਲੱਗ ਨੇ। ਇਕੁਏਟਰ ਟ੍ਰਾਇੰਗਲ 'ਚ ਤਿੰਨੇ ਸਾਈਡਾਂ ਬਰਾਬਰ ਨੇ, AB ਬਰਾਬਰ ਹੈ BC ਬਰਾਬਰ ਹੈ AC ਤੇ ਤਿੰਨੇ ਕੋਣ 60 ਡਿਗਰੀ ਦੇ ਨੇ। ਆਈਸੋਸਕੇਲ ਟ੍ਰਾਇੰਗਲ ਦੇ ਵਿੱਚ ਇਹ ਦੋ ਸਾਈਡਾਂ AB ਤੇ AC ਦੋਨੇ ਬਰਾਬਰ ਨੇ ਤੇ ਆ ਦੋਨੇ ਕੋਣ ABC ਤੇ ACB ਇਹ ਦੋਨੇ ਬਰਾਬਰ ਨੇ। ਅਕਿਊਟ ਐਂਗਲ ਟ੍ਰਾਇੰਗਲ 'ਚ ਇਹ ਵਾਲਾ ਜਿਹੜਾ ਕੋਣ ਆ ਉਹ 90 ਤੋਂ ਘੱਟ ਹੈਗਾ, ਇੱਕ ਕੋਣ। ਅਬਟਿਊਜ਼ ਐਂਗਲ ਟ੍ਰਾਇੰਗਲ 'ਚ ਇੱਕ ਕਿਹੜਾ ਕੋਣ ਆ ਉਹ 90 ਤੋਂ ਜ਼ਿਆਦਾ ਹੈਗਾ, 100 ਡਿਗਰੀ। 90 ਤੋਂ ਜ਼ਿਆਦਾ ਹੈਗਾ 100 ਡਿਗਰੀ ਹੋ ਗਿਆ। ਰਾਈਟ ਐਂਗਲ ਟ੍ਰਾਇੰਗਲ 'ਚ ਇਹ ਵਾਲਾ ਕੋਣ 90 ਡਿਗਰੀ ਦਾ ਹੋਗਾ। ਇਹ ਵੀ ਤੁਹਾਨੂੰ ਪੇਪਰ ਵਿੱਚ ਡਰਾ ਕਰਨਾ ਆਉਂਦਾ ਵੀ ਡਰਾ ਦਾ ਸਕਲੇਨਰ ਟ੍ਰਾਇੰਗਲ, ਆਈਸੋਸਕੇਲ ਟ੍ਰਾਇੰਗਲ, ਅਕਿਊਟ ਐਂਗਲ ਟ੍ਰਾਇੰਗਲ, ਇਹ ਤੁਸੀਂ ਇਸ ਤਰ੍ਹਾਂ ਡਰਾ ਕਰ ਦੇਣੀਆਂ ਨੇ। ਉਸ ਤੋਂ ਬਾਅਦ ਆਉਂਦੇ ਨੇ ਚਤੁਰਭੁਜ ਜਿਹਨੂੰ ਕਹਿੰਦੇ ਨੇ ਕੁਆਡਰੀਲੇਟਰਸ। ਚਤੁਰਭੁਜ ਜਿਹਦੀਆਂ ਚਾਰ ਭੁਜਾਵਾਂ ਹੁੰਦੀਆਂ ਨੇ ਤੇ ਅੰਦਰੂਨੀ ਐਂਗਲਾਂ ਦਾ ਜੋੜ ਕਿੰਨਾ ਹੁੰਦਾ? 360 ਡਿਗਰੀ। ਸਭ ਤੋਂ ਪਹਿਲਾਂ ਕੁਆਡਰੀਲੇਟਰ ਦੇ ਵਿੱਚ ਆ ਜਾਂਦਾ ਸਕੁਅਰ। ਸਕੁਅਰ ਕੀ ਹੁੰਦਾ? ਜਿਹਨੂੰ ਵਰਗ ਕਹਿੰਦੇ ਨੇ, ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਨੇ ਤੇ ਚਾਰੋਂ ਕੋਣ 90 ਡਿਗਰੀ ਹੁੰਦੇ ਨੇ ਤੇ ਆਪੋਜ਼ਿਟ ਲਾਈਨਾਂ ਪੈਰਲਲ ਹੁੰਦੀਆਂ ਨੇ। ਆਹ ਦੋਨੇ DC ਤੇ AB ਦੋਨੇ ਸਮਾਨਾਂਤਰ ਨੇ, AD ਤੇ BC ਦੋਨੇ ਆਪਸ ਵਿੱਚ ਸਮਾਨਾਂਤਰ ਨੇ ਤੇ ਜਿਹੜਾ ਕੋਣ ਆ ਉਹ 90 ਦੇ ਹੁੰਦੇ ਨੇ ਤੇ ਜਿਹੜੇ ਇਹਨਾਂ ਦੇ ਡਾਇਗਨਲ ਕੱਟਦੇ ਨੇ ਆ ਵਾਲੇ ਇਹ ਵੀ 90 ਡਿਗਰੀ ਦੇ ਕੱਟਦੇ ਨੇ। ਉਸ ਤੋਂ ਬਾਅਦ ਇਹਦਾ ਰੈਕਟੈਂਗਲ ਜਿਹਨੂੰ ਆਇਤ ਕਹਿੰਦੇ ਹੋ। ਇਹਦੀਆਂ ਦੋਨੇ ਆਪੋਜ਼ਿਟ ਭਰਾਵਾਂ ਬਰਾਬਰ ਹੁੰਦੀਆਂ ਨੇ, ਜਿਵੇਂ AB ਤੇ CD ਦੋਨੇ ਬਰਾਬਰ ਨੇ ਤੇ AD ਤੇ BC ਦੋਨੇ ਬਰਾਬਰ ਨੇ ਤੇ ਚਾਰੇ ਕੋਣ 90 ਡਿਗਰੀ ਦੇ ਹੁੰਦੇ ਨੇ ਤੇ ਪਰ ਜਿਹੜੇ ਇਹਨਾਂ ਦੇ ਡਾਇਗਨਲ ਨੇ ਉਹ 90 ਡਿਗਰੀ ਤੇ ਨਹੀਂ ਕੱਟਦੇ। ਇਹ ਡਾਇਗਨਲ 90 ਡਿਗਰੀ ਤੇ ਨਹੀਂ ਕੱਟਦੇ ਹੈਗੇ, ਜਿਵੇਂ ਇਹ 'ਚ 90 ਤੇ ਕੱਟਦੇ ਸੀ ਇਹ 'ਚ 90 ਤੇ ਨਹੀਂ ਕੱਟਦੇ। ਤੇ ਆਪੋਜ਼ਿਟ ਭੁਜਾਵਾਂ ਜਿਹੜੀਆਂ ਹੁੰਦੀਆਂ ਨੇ ਆਮੋ ਸਾਹਮਣੇ ਭੁਜਾਵਾਂ ਉਹ ਪੈਰਲਲ ਹੁੰਦੀਆਂ ਨੇ, ਯਾਨੀ ਕਿ ਸਮਾਨਾਂਤਰ ਹੁੰਦੀਆਂ ਨੇ। ਫਿਰ ਆ ਜਾਂਦਾ ਰਹੰਬਸ। ਇਸ ਦੀਆਂ ਚਾਰੋਂ ਭੁਜਾਵਾਂ ਸਨਮੁਖ ਕੋਣ ਦੇ ਬਰਾਬਰ ਹੁੰਦੀਆਂ ਨੇ, ਠੀਕ ਹੈ। ਤੇ ਜਿਹੜੇ ਇਹਨਾਂ ਦੇ ਵਿਕਰਨ ਨੇ ਡਾਇਗਨਲ ਨੇ ਉਹ 90 ਡਿਗਰੀ ਤੇ ਕੱਟਦੇ ਨੇ। ਇਹਨਾਂ ਦੀਆਂ ਚਾਰੋਂ ਭੁਜਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਨੇ ਤੇ ਆਪੋਜ਼ਿਟ ਭੁਜਾਵਾਂ ਜਿਵੇਂ AD ਤੇ CB ਇਹ ਦੋਨੇ ਪੈਰਲਲ ਹੋਣਗੀਆਂ, ਉਵੇਂ CD ਤੇ AB ਇਹ ਦੋਨੇ ਆਪਸ ਵਿੱਚ ਪੈਰਲਲ ਹੋਣਗੀਆਂ, ਸਮਾਨਾਂਤਰ ਹੋਣਗੀਆਂ। ਪਰ ਇਹਨਾਂ ਦਾ ਜਿਹੜਾ ਚਾਰੇ ਕੋਣ ਨੇ ਉਹ 90 ਡਿਗਰੀ ਦੇ ਨਹੀਂ ਹੁੰਦੇ, ਠੀਕ ਆ। ਫਰਕ ਹੁੰਦਾ, ਇਹ ਘੱਟ ਆ 90 ਤੋਂ, ਇਹ 90 ਤੋਂ ਜ਼ਿਆਦਾ। ਜੋੜ ਤਾਂ 360 ਹੀ ਰਹੂਗਾ ਪਰ ਚਾਰੇ ਐਂਗਲ ਉਹ 90 ਡਿਗਰੀ ਤੇ ਨਹੀਂ ਹੁੰਦੇ। ਜੇਕਰ 90 ਤੇ ਹੋਇਆ ਨਾ ਫਿਰ ਤਾਂ ਉਹ ਵਰਗ ਹੀ ਬਣ ਜੂਗਾ ਨਾ। ਉਸ ਤੋਂ ਬਾਅਦ ਆਉਂਦਾ ਪੈਰਲੋਗ੍ਰਾਮ। ਇਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਅਤੇ ਸਮਾਨਾਂਤਰ ਹੁੰਦੀਆਂ ਹਨ ਅਤੇ ਸਨਮੁਖ ਕੋਣ ਵੀ ਬਰਾਬਰ ਹੁੰਦੇ ਹਨ ਤੇ ਵਿਆਕਰਨ ਆਸ ਵਿੱਚ ਸਮਦੋ ਭਾਜਿਤ ਕਰਦੇ ਹਨ। ਮਤਲਬ ਜਿਹੜੇ ਰੈਕਟੈਂਗਲ ਵਿਆਕਰਨ ਨੇ ਡਾਇਗਨਲ ਨੇ ਇਹ ਇੱਕ ਦੂਜੇ ਨੂੰ ਇੰਟਰਸੈਕਟ ਕਰਦੇ ਨੇ, ਹਾਫ ਕਰਦੇ ਨੇ, ਇੱਕ ਦੂਜੇ ਅੱਧ ਕਰਦੇ ਨੇ। ਪਰ ਇਹਨਾਂ ਦਾ ਕੋਣ ਆ ਉਹ 90 ਤੇ ਨਹੀਂ ਬਣਦਾ, ਆਪਸ ਵਿੱਚ ਕੋਣ ਜਿਹੜਾ ਉਹ 90 ਤੇ ਨਹੀਂ ਬਣਦਾ ਜਿਵੇਂ ਕਿ ਰੰਬਸ 'ਚ ਬਣਦਾ ਸੀਗਾ। ਤੇ ਆ ਵੀ ਜਿਹੜੇ ਕੋਣ ਨੇ ਇਹਨਾਂ ਦੇ ਚਾਰੇ ਇਹ 90 ਡਿਗਰੀ ਦੇ ਨਹੀਂ ਹੁੰਦੇ। ਜੇਕਰ 90 ਤੇ ਹੋ ਜਾਣਗੇ ਫਿਰ ਇਹ ਐਤ ਬਣ ਜਾਊਗਾ ਇੱਕ ਤਰ੍ਹਾਂ ਦਾ। ਇਹ ਫਰਕ ਹੈਗਾ ਇਹਨਾਂ 'ਚ ਵਰਗ, ਆਇਤ, ਰੰਬਸ ਤੇ ਪੈਰਲੋਗ੍ਰਾਮ 'ਚ। ਫਿਰ ਆਉਂਦਾ ਟ੍ਰੈਪੇਜ਼ੀਅਮ, ਠੀਕ ਹੈ। ਇਸ ਦੀਆਂ ਕੇਵਲ ਦੋ ਭੁਜਾਵਾਂ ਸਮਾਨਾਂਤਰ ਹੁੰਦੀਆਂ ਨੇ, ਜਿਵੇਂ DC ਤੇ AB ਦੋਨੇ ਕੀ ਨੇ ਸਮਾਨਾਂਤਰ ਨੇ ਤੇ ਚਾਰੋਂ ਭੁਜਾਵਾਂ ਅਲੱਗ-ਅਲੱਗ ਵੀ ਹੋ ਸਕਦੀਆਂ ਨੇ ਤੇ ਹੋ ਸਕਦਾ ਇਹ ਦੋ ਭੁਜਾਵਾਂ ਸੇਮ ਸਾਈਜ਼ ਦੀਆਂ ਹੋਣ ਜਾਂ ਚਾਰੇ ਭੁਜਾਵਾਂ ਅਲੱਗ-ਅਲੱਗ ਦੀਆਂ ਹੋਣਗੀਆਂ ਪਰ ਦੋ ਸਾਈਡਾਂ ਪੈਰਲਲ ਹੋਣਗੀਆਂ ਆਪਸ ਵਿੱਚ, ਜਿਵੇਂ DC ਤੇ AB। ਉਸ ਤੋਂ ਬਾਅਦ ਨੇ ਐਂਗਲ। ਐਂਗਲਸ ਕਿਹੜੇ ਕਹਿੰਦੇ ਨੇ? ਸਭ ਤੋਂ ਪਹਿਲਾਂ ਅਕਿਊਟ ਐਂਗਲ ਜਿਹੜਾ 90 ਤੋਂ ਘੱਟ ਹੁੰਦਾ ਉਹ ਹੁੰਦਾ ਅਕਿਊਟ ਐਂਗਲ। ਰਾਈਟ ਐਂਗਲ ਜਿਹੜਾ 90 ਡਿਗਰੀ ਤੇ ਹੁੰਦਾ, ਜਿਵੇਂ ਇਹ ਦੇਖ ਰਹੇ ਹੋ ਤੁਸੀਂ। ਫਿਰ ਇਹਦਾ ਅਬਟਿਊਜ਼ ਐਂਗਲ ਜਿਹੜਾ 90 ਡਿਗਰੀ ਤੋਂ ਜ਼ਿਆਦਾ ਹੁੰਦਾ ਉਹਨੂੰ ਕਹਿੰਦੇ ਅਬਟਿਊਜ਼ ਐਂਗਲ। ਫਿਰ ਇਹਦਾ ਕੰਪਲੀਟ ਐਂਗਲ ਜਿਹੜਾ 360 ਡਿਗਰੀ ਦਾ ਹੁੰਦਾ ਉਹਨੂੰ ਕਹਿੰਦੇ ਨੇ ਕੰਪਲੀਟ ਐਂਗਲ। ਫਿਰ ਇਹਦਾ ਕੰਪਲੀਮੈਂਟਰੀ ਐਂਗਲ
ਜਿਹਨਾਂ ਦੋ ਐਂਗਲਾਂ ਦਾ ਜੋੜ 90 ਡਿਗਰੀ ਹੋਵੇ ਉਹਨਾਂ ਨੂੰ ਕਹਿੰਦੇ ਨੇ ਕੰਪਲੀਮੈਂਟਰੀ ਐਂਗਲ। ਜਿਵੇਂ ਇੱਥੇ ਐਂਗਲ A ਤੇ ਐਂਗਲ B ਆ, ਦੋਨਾਂ ਜੋੜ ਕੀ ਆ 90 ਡਿਗਰੀ। A ਤੇ B ਕੀ ਨੇ? ਕੰਪਲੀਮੈਂਟਰੀ ਐਂਗਲ। ਸਟ੍ਰੇਟ ਲਾਈਨ ਐਂਗਲ, ਜਿਨ੍ਹਾਂ ਦਾ ਸਟ੍ਰੇਟ ਲਾਈਨ ਜਾਂ ਸਟ੍ਰੇਟ ਐਂਗਲ ਕਹਿੰਦੇ ਨੇ, ਜਿਨ੍ਹਾਂ ਦਾ ਜਿਹੜਾ ਐਂਗਲ 180 ਡਿਗਰੀ ਦਾ ਹੋਵੇ ਉਹਨੂੰ ਕਹਿੰਦੇ ਨੇ ਸਟ੍ਰੇਟ ਲਾਈਨ ਜਾਂ ਸਟ੍ਰੇਟ ਐਂਗਲ। ਫਿਰ ਆਉਂਦਾ ਸਪਲੀਮੈਂਟਰੀ ਐਂਗਲ, ਜਿਨ੍ਹਾਂ ਦੋ ਐਂਗਲਾਂ ਜੋੜ 180 ਡਿਗਰੀ ਹੋਵੇ ਉਹਨਾਂ ਨੂੰ ਸਪਲੀਮੈਂਟਰੀ ਐਂਗਲ ਕਹਿੰਦੇ ਨੇ, ਜਿਨ੍ਹਾਂ ਦਾ 90 ਡਿਗਰੀ ਹੋਵੇ ਉਹਨਾਂ ਨੂੰ ਕੰਪਲੀਮੈਂਟਰੀ ਐਂਗਲ ਕਹਿੰਦੇ ਨੇ, ਇਹ ਵਾਲਾ। ਫਿਰ ਆਉਂਦਾ ਰਿਫਲੈਕਸ ਐਂਗਲ। ਰਿਫਲੈਕਸ ਐਂਗਲ ਇਹ ਤੁਸੀਂ ਦੇਖ ਰਹੇ ਹੋ, ਜਿਨ੍ਹਾਂ ਦਾ ਮਤਲਬ ਜਿਹੜਾ ਕੋਣ 180 ਤੋਂ ਜ਼ਿਆਦਾ ਹੋਵੇ ਤੇ 360 ਤੋਂ ਘੱਟ ਹੋਵੇ ਉਹਨੂੰ ਕਹਿੰਦੇ ਨੇ ਰਿਫਲੈਕਸ ਐਂਗਲ। 180 ਤੋਂ ਜ਼ਿਆਦਾ ਹੋਵੇ, 360 ਤੋਂ ਘੱਟ ਹੋਵੇ, ਉਹ ਰਿਫਲੈਕਸ ਐਂਗਲ। ਫਿਰ ਆ ਜਾਂਦੇ ਨੇ ਇਕਾਂਤਰ ਕੋਣ, ਅਲਟਰਨੇਟ ਐਂਗਲ। ਜਿਵੇਂ ਤੁਸੀਂ ਦੇਖ ਰਹੇ ਹੋ 1 ਤੇ 2, ਇਹ ਦੋਨੇ ਅਲਟਰਨੇਟ ਐਂਗਲ ਨੇ, ਇਹ ਆਪਸ ਵਿੱਚ ਬਰਾਬਰ ਹੋਣਗੇ, ਠੀਕ ਹੈ, ਇਹਨੂੰ ਕਹਿੰਦੇ ਨੇ ਅਲਟਰਨੇਟ ਐਂਗਲ। ਸੰਗਤ ਕੋਣ, ਕੋਰਸਪੋਂਡਿੰਗ ਐਂਗਲ, ਜਿਵੇਂ 1 ਤੇ 3, ਇਹ ਵੀ ਦੋਨੇ ਆਪਸ ਵਿੱਚ ਬਰਾਬਰ ਹੋਣਗੇ, ਇਹਨਾਂ ਨੂੰ ਕਹਿੰਦੇ ਨੇ ਕੋਰਸਪੋਂਡਿੰਗ ਐਂਗਲ। ਆਪੋਜ਼ਿਟ ਐਂਗਲ, ਸਿਰਾਸ਼ਮਿਕ ਕੋਣ, ਜਿਵੇਂ 2 ਤੇ 3, ਇਹ ਆਪੋਜ਼ਿਟ ਐਂਗਲ ਹੋ ਗਏ, ਇਹ ਵੀ ਆਪਸ ਵਿੱਚ ਬਰਾਬਰ ਹੋਣਗੇ। ਐਕਚੁਅਲੀ ਤਿੰਨੇ ਕੋਣ ਆਪਸ ਵਿੱਚ ਬਰਾਬਰ ਨੇ। 1 ਤੇ 2 ਕੀ ਨੇ? ਅਲਟਰਨੇਟ ਐਂਗਲ ਨੇ। 2 ਤੇ 3 ਕੀ ਨੇ? ਆਪੋਜ਼ਿਟ ਐਂਗਲ ਨੇ। 3 ਤੇ 1 ਕੀ ਹੈ? ਕੋਰਸਪੋਂਡਿੰਗ ਐਂਗਲ ਨੇ। ਇਹ ਤੁਸੀਂ ਯਾਦ ਰੱਖਣੇ ਆ, ਪੇਪਰ ਵਿੱਚ ਡਰਾ ਕਰਨਾ ਹੁੰਦਾ, ਡਰਾ ਦਾ ਸਪਲੀਮੈਂਟਰੀ ਐਂਗਲ ਜਾਂ ਸਪਲੀਮੈਂਟਰੀ ਐਂਗਲ ਕੀ ਹੁੰਦਾ, ਕੋਰਸਪੋਂਡਿੰਗ ਐਂਗਲ, ਡਰਾ ਦਾ ਕੋਰਸਪੋਂਡਿੰਗ ਐਂਗਲ, ਜਾਂ ਉੱਥੇ ਐਂ ਫੋਟੋ ਆ ਜਾਂਦੀ ਆ ਉੱਥੇ ਪੁੱਛ ਲੈਣੇ 2 ਤੇ 3 ਕਿਹੜੇ ਐਂਗਲ ਨੇ, ਤਾਂ ਉਹ ਆਪੋਜ਼ਿਟ ਐਂਗਲ ਨੇ। 1 ਤੇ 3 ਕਿਹੜੇ ਐਂਗਲ ਨੇ? ਉਹ ਕੋਰਸਪੋਂਡਿੰਗ ਐਂਗਲ ਨੇ। ਇਸ ਤਰ੍ਹਾਂ ਪੇਪਰ ਵਿੱਚ ਆਉਂਦਾ। ਫਿਰ ਆ ਜਾਂਦਾ ਸੋਲਿਡਸ। ਸੋਲਿਡ ਤੁਸੀਂ ਦੇਖੇ ਨੇ, ਜਿਵੇਂ ਕਿਊਬ ਹੋ ਗਿਆ, ਜਿਵੇਂ ਆਈਸ ਕਿਊਬ ਹੁੰਦਾ ਬਰਫ਼ ਵਾਲਾ, ਜਿਹਦੀਆਂ 12 ਦੀਆਂ 12 ਸਾਈਡਾਂ ਆਪਸ ਵਿੱਚ ਬਰਾਬਰ ਹੁੰਦੀਆਂ ਨੇ, ਉਹਨੂੰ ਕਿਊਬ ਕਹਿੰਦੇ ਆ। ਕਿਊਬਡ ਕੀ ਹੁੰਦਾ? ਜਿਹਦੀਆਂ ਸਾਰੀਆਂ ਸਾਈਡਾਂ ਮਤਲਬ 4 ਸਾਈਡਾਂ ਸੇਮ ਹੋਣਗੀਆਂ, 4 ਸੇਮ ਹੋਣਗੀਆਂ, 4 ਸੇਮ ਹੋਣਗੀਆਂ। ਜਿਵੇਂ ਹਾਈਟ ਅਲੱਗ ਆ, ਲੈਂਥ ਅਲੱਗ ਆ, ਵਿਡਥ ਅਲੱਗ ਆ। ਆਹ ਵਿਡਥ ਹੋ ਗਈ, ਇਹ ਅਲੱਗ ਸਾਈਜ਼ ਦੀ ਆ, ਲੈਂਥ ਅਲੱਗ ਸਾਈਜ਼ ਦੀ ਆ, ਹਾਈਟ ਅਲੱਗ ਸਾਈਜ਼ ਦੀ ਆ। ਇਸ ਤਰ੍ਹਾਂ ਕੋਈ ਚੌਰਸ ਬਣਦੇ, ਜਿਵੇਂ ਇੱਟ ਹੁੰਦੀ ਆ, ਇੱਟ ਨੂੰ ਆਪਾਂ ਕਹਿੰਦੇ ਆ ਕਿਊਬਡ। ਸਿਲੰਡਰ ਹੋ ਗਿਆ, ਤੁਸੀਂ ਦੇਖਿਆ ਜਿਵੇਂ ਗੈਸ ਵਾਲਾ ਸਿਲੰਡਰ ਹੋ ਗਿਆ, ਉਸ ਤਰ੍ਹਾਂ ਉਹਨੂੰ ਕਹਿੰਦੇ ਨੇ ਸਿਲੰਡਰ। ਕੋਨ ਹੋ ਗਿਆ, ਜਿਵੇਂ ਆਪਣੇ ਬੱਚੇ ਬਰਥਡੇ ਪਾਰਟੀ ਹੁੰਦੀ ਆ, ਉਹ ਟੋਪੀਆਂ ਲੈ ਕੇ ਆਉਂਦੇ ਜੋਕਰ ਵਾਲੀਆਂ, ਉਹ ਕੋਨ ਹੁੰਦਾ ਇੱਕ ਤਰ੍ਹਾਂ ਦਾ। ਸਕੇਅਰ ਪ੍ਰਿਜ਼ਮ, ਇੱਕ ਚੌਰਸ ਜਿਵੇਂ ਪੀਪਾ ਹੁੰਦਾ ਘਿਓ ਵਾਲਾ, ਉਹ ਸਕੇਅਰ ਪ੍ਰਿਜ਼ਮ ਹੁੰਦਾ। ਪੈਂਟਾਗਨ ਪ੍ਰਿਜ਼ਮ, ਜਿਹਦੀਆਂ 5 ਸਾਈਡਾਂ ਹੋਣਗੀਆਂ, 1 2 3 4 5, ਤੇ ਉੱਪਰ ਨੂੰ ਐਵੇਂ ਸ਼ੇਪ ਬਣੀ ਹੋਊਗੀ, ਉਹਨੂੰ ਪੈਂਟਾਗਨ ਪ੍ਰਿਜ਼ਮ ਕਹਿ ਦਿੰਦੇ ਆ, ਠੀਕ ਹੈ। ਸਕੇਅਰ ਪਿਰਾਮਿਡ, ਜਿਵੇਂ ਮੰਦਰ ਦੀ ਸ਼ੇਪ ਹੁੰਦੀ ਆ ਉੱਪਰ ਬਣਾਈ ਹੋਈ ਤਾਹਾਂ ਨੂੰ ਤਿੱਖੀ ਕਰਕੇ, ਉਹਨੂੰ ਸਕੇਅਰ ਪਿਰਾਮਿਡ ਕਹਿੰਦੇ ਆ। ਹੈਕਸਾਗਨ ਪਿਰਾਮਿਡ 'ਚ ਥੱਲੇ 6 ਸਾਈਡਾਂ ਹੋਣਗੀਆਂ, ਜਿਵੇਂ ਮੰਦਰ ਬਣਿਆ ਉਵੇਂ ਹੋਊਗਾ, ਪਰ ਥੱਲੇ ਸਾਈਡ ਕਿੰਨੀਆਂ ਹੋਣੀਆਂ? 6 ਹੋਣੀਆਂ, 1 2 3 4 5 6। ਸਪੀਅਰ ਮਤਲਬ ਇੱਥੇ ਬੜਾ ਗਲਤ ਬਣਿਆ ਹੋਇਆ, ਜਿਵੇਂ ਆਪਣੀ ਬਾਲ ਹੁੰਦੀ ਆ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਉਹ ਸਾਰੇ ਕੀ ਹੁੰਦੇ ਨੇ? ਗੋਲੇ ਹੁੰਦੇ ਨੇ, ਉਹਨੂੰ ਸਪੀਅਰ ਕਹਿੰਦੇ ਆ। ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀਗਾ। ਨੈਕਸਟ ਵੀਡੀਓ ਵਿੱਚ ਆਪਾਂ ਜਿਹੜੀ ਇੰਜੀਨੀਅਰਿੰਗ ਡਰਾਇੰਗ ਪਾਰਟ 2 ਲੈ ਕੇ ਆਵਾਂਗੇ, ਉਹਦੇ ਵਿੱਚ ਆਪਾਂ ਲੈਟਰਿੰਗ, ਡਿਮੈਂਸ਼ਨਿੰਗ ਅਤੇ ਕਨਵੈਨਸ਼ਨ ਸਿੰਬਲ ਨੇ ਜਿਹੜੇ, ਜਿਵੇਂ ਵੈਲਡਿੰਗ ਦੇ ਜਾਂ ਤੁਹਾਡੇ ਚੈਨਲ ਵਗੈਰਾ ਦੇ ਜਾਂ ਮਟੀਰੀਅਲ ਦੇ, ਉਹ ਆਪਾਂ ਕਵਰ